ਸਤਿ ਸ਼੍ਰੀ ਅਕਾਲ, ਮੈਂ ਹਾਂ ਮਨਦੀਪ ਔਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਉਡਾਰੀ ਵਿਦੇਸ਼ਾਂ ਨੂੰ। ਤੇ ਮੈਂ ਆਸ ਕਰਦੀ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਸੋ ਇਸ ਪ੍ਰੋਗਰਾਮ ਦੇ ਤਹਿਤ ਹਰ ਵਾਰ ਅਸੀਂ ਵਿਦੇਸ਼ਾਂ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਔਰ ਸਟੱਡੀ ਵੀਜ਼ਾ ਐਕਸਪਰਟਸ ਮੇਰੇ ਨਾਲ ਮੌਜੂਦ ਹੁੰਦੇ ਨੇ। ਤਾਂ ਇੱਕ ਵਾਰ ਫਿਰ ਤੋਂ ਮੇਰੇ ਨਾਲ ਜੁੜੇ ਨੇ ਈਜ਼ੀ ਵੇ ਕੰਸਲਟੈਂਟ ਤੋਂ ਮਿਸਟਰ ਗੁਰਤੇਜ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਕਰੀਨ ਦੇ ਹੇਠਾਂ ਅਸੀਂ ਤੁਹਾਡੇ ਨਾਲ ਨੰਬਰ ਸਾਂਝੇ ਕਰ ਰਹੇ ਹਾਂ। ਤੁਸੀਂ ਇਹਨਾਂ ਨੰਬਰਸ ਦੇ ਉੱਪਰ ਕਾਲ ਕਰ ਸਕਦੇ ਹੋ, ਆਪਣੇ ਸਵਾਲਾਂ ਦੇ ਤੁਸੀਂ ਜਵਾਬ ਲੈ ਸਕਦੇ ਹੋ। ਅੱਜ ਅਸੀਂ ਚਰਚਾ ਜ਼ਿਆਦਾ ਕਰਨੀ ਹੈ, ਸੋ ਸਾਡੀ ਤੁਸੀਂ ਤਸਵੀਰ ਕਲਿੱਕ ਕਰਕੇ ਰੱਖ ਲਿਓ ਆਪਣੇ ਮੋਬਾਈਲ ਫੋਨ 'ਚ। ਇਹਨਾਂ ਨੰਬਰਸ ਨੂੰ ਹੈਲਪਲਾਈਨ ਨੰਬਰ ਦੇ ਤੌਰ 'ਤੇ ਤੁਸੀਂ ਸੇਵ ਕਰ ਸਕਦੇ ਹੋ। ਪ੍ਰੋਗਰਾਮ ਦੇ ਤਹਿਤ ਜਾਂ ਪ੍ਰੋਗਰਾਮ ਤੋਂ ਬਾਅਦ ਵੀ ਤੁਸੀਂ ਕਾਲ ਕਰ ਸਕਦੇ ਹੋ ਅਤੇ ਆਪਣੇ ਸਵਾਲਾਂ ਦੇ ਜਵਾਬ ਸਰ ਹੁਣਾਂ ਦੀ ਟੀਮ ਤੋਂ ਲੈ ਸਕਦੇ ਹੋ। ਚਰਚਾ ਅੱਜ ਅਸੀਂ ਕਰਨੀ ਹੈ UK ਜਾਣ ਨੂੰ ਲੈ ਕੇ। ਇਸ ਤੋਂ ਇਲਾਵਾ ਅਸੀਂ ਯੂਰਪ ਦੇ ਕੁਝ ਇੱਕ ਮੁਲਕਾਂ ਦੀ ਵੀ ਗੱਲਬਾਤ ਕਰਾਂਗੇ ਜਿੱਥੇ ਅੱਛੇ ਸਿਕਿਉਰ ਆਪਸ਼ਨਸ ਨੇ, ਬਜਟ ਫਰੈਂਡਲੀ, ਪਾਕਟ ਫਰੈਂਡਲੀ ਕੰਟਰੀਜ਼ ਨੇ, ਆਪਸ਼ਨਸ ਬਹੁਤ ਅੱਛੀਆਂ ਨੇ ਔਰ ਅਗਾਂਹ ਦੇ ਕੀ ਉਪਰਾਲੇ ਹੋ ਸਕਦੇ ਉਹਨਾਂ ਦੇ ਬਾਬਤ ਜਿਹੜੀ ਗੱਲਬਾਤ ਉਹ ਰਹੇਗੀ। ਸੋ ਪੰਜਾਬੀਆਂ ਦੇ ਵਲਾਇਤ ਤੋਂ ਅਸੀਂ ਸ਼ੁਰੂ ਕਰਦੇ ਹਾਂ, UK ਤੋਂ ਗੱਲਬਾਤ ਸ਼ੁਰੂ ਕਰ ਲੈਂਦੇ ਹਾਂ। UK ਸਾਡੇ ਕੋਲ ਅਪਕਮਿੰਗ ਇਨਟੇਕ ਫਿਲਹਾਲ ਕਿਹੜਾ ਹੈਗਾ, ਪ੍ਰੋਸੈਸਿੰਗ ਟਾਈਮ ਕੈਸਾ ਚੱਲ ਰਿਹਾ ਹੈ, ਸਕਸੈਸ ਰੇਟ ਜਿੱਦਾਂ ਪਿਛਲੇ ਟਾਈਮ ਤੋਂ ਅਸੀਂ ਰੌਲਾ ਪਾਉਂਦੇ ਆ ਰਹੇ ਹਾਂ ਵੀ 100% ਹੈ ਨਾ, ਹੈਗਾ 100% ਅੱਜ ਦੀ ਤਾਰੀਖ ਦੇ ਵਿੱਚ ਵੀ? ਬਿਲਕੁਲ। UK 'ਚ ਦੇਖੋ ਜਿਹੜਾ ਮੇਰਾ ਐਕਸਪੀਰੀਅੰਸ ਹੈਗਾ, ਮੈਂ 2019 ਦੇ ਵਿੱਚ ਜਿਹੜਾ ਸੀ ਸ਼ੁਰੂ ਕੀਤਾ ਸੀ UK, ਕਿਉਂਕਿ ਪਹਿਲਾਂ 2011-12 ਸ਼ੁਰੂ ਕੀਤਾ ਸੀ, 2019 ਦੇ ਵਿੱਚ UK ਰਿਹਾ। ਉਦੋਂ ਵੀ ਅਸੀਂ ਕਰਦੇ ਰਹੇ ਔਰ ਬਹੁਤ ਅੱਛੇ ਵੀਜ਼ਾਜ਼ ਲਏ, ਪਰ ਵਿੱਚੋਂ ਥੋੜ੍ਹਾ ਜਿਹਾ ਅਸੀਂ ਬਹੁਤ ਚੂਜ਼ੀ ਹੋ ਗਿਆ UK ਔਰ ਬਹੁਤ ਘੱਟ ਬੱਚਿਆਂ ਨੂੰ ਵੀਜ਼ਾ ਦਿੱਤੇ ਉਹਨਾਂ ਨੇ, ਕਿਉਂਕਿ ਉਹਨਾਂ ਦੀ ਜਿਹੜੀ ਪਾਲਿਸੀ ਸੀ ਕੁਝ ਡਿਫਰੈਂਟ ਸੀ। ਪਰ 2019 ਦੇ ਵਿੱਚ ਦੁਬਾਰਾ ਤੋਂ ਜਦੋਂ ਅਸੀਂ UK ਸ਼ੁਰੂ ਕੀਤਾ, ਜਦੋਂ ਪਹਿਲਾਂ ਵੀਜ਼ਾ ਅਪਲਾਈ ਕੀਤੇ ਤਾਂ ਸਭ ਦੇ ਵੀਜ਼ਾ ਆਏ, ਕਿਸੇ ਦਾ ਕੋਈ ਦਿੱਕਤ ਨਹੀਂ ਆਈ। ਮੈਂ ਇਹ ਨਹੀਂ ਕਹਾਂਗਾ ਕਿ ਦੇਖੋ ਸਾਰਿਆਂ ਦੇ ਵੀਜ਼ਾ ਕੋਈ 100% ਵੀਜ਼ਾ ਸੀ, ਬਟ ਇੱਕ ਅੱਧਾ ਵੀਜ਼ਾ, 100 ਦੇ ਵਿੱਚੋਂ ਕੋਈ ਇੱਕ ਅੱਧਾ ਵੀਜ਼ਾ ਇੱਦਾਂ ਦਾ ਹੁੰਦਾ ਹੈ। ਉਹ ਕਿਉਂ ਰਿਫਿਊਜ਼ ਹੁੰਦਾ ਹੈ? ਕਿਉਂਕਿ ਕਈ ਵਾਰੀ ਕੀ ਹੁੰਦਾ ਹੈ, ਐਮਬੈਸੀ ਵੱਲੋਂ ਇੱਕ ਇੰਟਰਵਿਊ ਆ ਜਾਂਦੀ ਹੈ ਔਰ ਇੰਟਰਵਿਊ ਦੀ ਵਜ੍ਹਾ ਕਰਕੇ ਜਿਹੜਾ ਹੈ ਤੁਹਾਡਾ ਵੀਜ਼ਾ ਕਈ ਵਾਰੀ ਰਿਫਿਊਜ਼ ਹੋ ਜਾਂਦਾ ਹੈ। ਤਾਂ ਇਸ ਕਰਕੇ ਸਾਡੀ ਜਿਹੜੀ ਟੀਮ ਆ ਹਮੇਸ਼ਾ ਕੋਸ਼ਿਸ਼ ਕਰਦੀ ਹੈ ਕਿ ਜਿਹੜਾ ਬੱਚਾ ਅਸੀਂ UK ਅਪਲਾਈ ਕਰੀਏ ਉਹਨੂੰ ਪਹਿਲਾਂ ਤਾਂ ਉਸ ਕਾਬਿਲ ਬਣਾਈਏ ਕਿ ਕੱਲ੍ਹ ਨੂੰ ਬੇਸ਼ੱਕ ਇੰਟਰਵਿਊ ਆ ਜਾਵੇ। ਵੈਸੇ 99% ਵੀ ਇੰਟਰਵਿਊ ਨਹੀਂ ਆ ਰਹੀ UK ਦੀ, ਬਿਲਕੁਲ ਇੰਟਰਵਿਊ ਨਹੀਂ ਆ ਰਹੀ ਔਰ ਯੂਨੀਵਰਸਿਟੀਜ਼ ਇੰਟਰਵਿਊ ਲੈਂਦੀਆਂ ਨੇ, ਕਈ ਯੂਨੀਵਰਸਿਟੀਜ਼ ਵੀ ਨਹੀਂ ਲੈਂਦੀਆਂ, ਪਰ ਫਿਰ ਵੀ ਅਸੀਂ ਇਸ ਬੱਚੇ ਨੂੰ ਤਿਆਰ ਕਰਨਾ ਸਾਡਾ ਫਰਜ਼ ਹੈ, ਸਾਡੀ ਡਿਊਟੀ ਹੈ, ਤਾਂ ਕਿ ਅਸੀਂ ਘੱਟੋ ਘੱਟ ਜਿਹੜਾ ਇੱਕ ਬੱਚੇ ਦਾ ਕੋਈ ਸੁਪਨਾ ਜਿਹੜਾ ਹੈ ਉਹ ਟੁੱਟ ਨਾ ਜਾਵੇ। ਕੱਲ੍ਹ ਨੂੰ 1% 'ਚ ਵੀ ਅਸੀਂ ਚਾਂਸ ਕਿਉਂ ਲੈਣਾ? ਬਿਲਕੁਲ ਰਾਈਟ। ਤਾਂ ਇਸ ਕਰਕੇ ਸਾਡੀ ਟੀਮ ਹੈ ਇੱਕ ਪ੍ਰੋਪਰ ਬਣੀ ਹੋਈ ਜਿਹੜੀ ਪ੍ਰੋਪਰ ਇੰਟਰਵਿਊ ਦੀ ਹੀ ਪ੍ਰੈਪਰੇਸ਼ਨ ਕਰਾਉਂਦੀ ਆ। ਅਸੀਂ ਸਟੂਡੈਂਟ ਨੂੰ ਆਪਣੇ ਆਫਿਸ ਵੀ ਬੁਲਾਉਂਦੇ ਹਾਂ, ਅਸੀਂ ਉਹਨਾਂ ਨੂੰ ਆਨਲਾਈਨ ਵੀ ਦਿੰਦੇ ਹਾਂ, ਅਸੀਂ ਉਹਨਾਂ ਨਾਲ ਕਾਨਫਰੰਸ ਕਾਲ ਵੀ ਕਰਦੇ ਹਾਂ, ਅਸੀਂ ਉਹਨਾਂ ਨੂੰ ਮਤਲਬ 2-2 ਘੰਟੇ ਦੀ ਕਲਾਸ ਹੁੰਦੀ ਹੈ ਸਾਡੀ ਹਰ ਰੋਜ਼ ਦੀ ਆਨਲਾਈਨ। ਬੱਚਾ ਬੇਸ਼ੱਕ ਕਿਤੇ ਵੀ ਬੈਠਾ ਹੋਵੇ, ਤੁਸੀਂ ਸਾਡੇ ਨਾਲ ਆਨਲਾਈਨ ਅਪਲਾਈ ਕੀਤਾ, ਕੋਈ ਇਸ਼ੂ ਨਹੀਂ। ਤੁਸੀਂ ਕਿਸੇ ਇੰਡੀਆ ਦੇ ਜਾਂ ਫੋਰਨ 'ਚ ਕਿਤੇ ਵੀ ਬੈਠੇ ਹੋ, ਤੁਸੀਂ ਮੇਰੇ ਕੋਲ ਕਈ ਬੱਚੇ ਦੇਖੋ ਸਿੰਗਾਪੁਰ ਤੋਂ ਰਜਿਸਟਰਡ ਹੋਏ ਨੇ, ਸਿੰਗਾਪੁਰ ਤੋਂ ਬੱਚੇ ਰਜਿਸਟਰ ਹੋਏ ਨੇ, ਦੁਬਈ ਤੋਂ ਬੱਚੇ ਰਜਿਸਟਰ ਹੋਏ ਨੇ, ਈਵਨ ਕਿ ਬਹੁਤ ਇੱਦਾਂ ਦੀਆਂ ਕੰਟਰੀ ਤੋਂ ਰਜਿਸਟਰ ਹੋਏ ਨੇ, ਸ੍ਰੀਲੰਕਾ ਤੋਂ, ਨੇਪਾਲ ਤੋਂ ਸਾਡੇ ਕੋਲ ਬੱਚੇ ਰਜਿਸਟਰ ਹੁੰਦੇ ਨੇ। ਪਰ ਉਹਨਾਂ ਨੂੰ ਅਸੀਂ ਜਿਹੜੀ ਇੰਟਰਵਿਊ ਕੋਚਿੰਗ ਹੈਗੀ ਆ, ਜਿਹੜੀ ਇੰਟਰਵਿਊ ਦੀ ਤਿਆਰੀ ਹੈਗੀ ਆ, ਉਹ ਅਸੀਂ ਉਹਨਾਂ ਨੂੰ ਆਨਲਾਈਨ ਇੱਕ ਪੂਰਾ ਸੈਸ਼ਨ ਦਿੰਦੇ ਹਾਂ, ਇੱਕ ਜ਼ੂਮ ਸੈਸ਼ਨ ਦਿੰਦੇ ਹਾਂ, ਜਾਂ ਮਾਈਕਰੋਸੌਫਟ ਜਿਹੜਾ ਟੀਮ ਹੈਗੀ ਉਹਦੇ ਨਾਲ ਅਸੀਂ ਕੰਮ ਕਰਕੇ ਜਿਹੜਾ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਤਾਂ ਕਿ ਉਹਨਾਂ ਨੂੰ ਜਿਹੜਾ ਪ੍ਰੋਪਰ ਉਹਨਾਂ ਦੇ ਦੱਸਿਆ ਜਾਵੇ ਕਿ ਉਸ ਕਾਲਜ ਜਾਂ ਉਸ ਕੋਰਸ ਦੇ ਵਿੱਚ ਕੀ ਹੈ। ਠੀਕ ਹੈ। ਸੋ ਪ੍ਰੋਪਰ ਤਰੀਕੇ ਨਾਲ ਜੇਕਰ ਤੁਸੀਂ ਕੋਈ ਵੀ ਜਾਣਕਾਰੀ ਚਾਹੁੰਦੇ ਹੋ ਇਹਨਾਂ ਨੰਬਰਸ 'ਤੇ ਕਾਲ ਕਰ ਸਕਦੇ ਹੋ। ਅਸੀਂ ਲੇਟੈਸਟ ਅਪਡੇਟਸ ਜਿਹੜੀਆਂ ਨੇ, ਕਰੰਟ ਸਿਨੈਰੀਓਸ ਨੂੰ ਲੈ ਕੇ ਚਰਚਾ ਜ਼ਰੂਰ ਕਰੀਦੀ ਹੈ, ਲੇਕਿਨ ਅਸੀਂ ਜਿਹੜੀਆਂ ਸਟੂਡੈਂਟਸ ਨੂੰ ਦਿੱਕਤ ਆ ਰਹੀਆਂ ਨੇ, ਕਿਸੇ ਕਲਾਇੰਟ ਨੂੰ ਦਿੱਕਤ ਆ ਰਹੀ ਹੈ, ਉਸ ਦਿੱਕਤ ਨੂੰ ਲੈ ਕੇ ਵੀ ਇਸ ਸਵਾਲ ਦੇ ਵਿੱਚ ਜ਼ਰੂਰ ਗੱਲ ਕਰਦੇ ਹਾਂ। 100% ਸਕਸੈਸ ਰੇਟ ਆ, ਅਸੀਂ ਇਸ ਚੀਜ਼ ਨੂੰ ਬਿਲਕੁਲ ਡਿਨਾਈ ਨਹੀਂ ਕਰਾਂਗੇ, ਲੇਕਿਨ ਇਸ ਦੇ ਬਾਅਦ ਵੀ ਬਹੁਤ ਸਾਰੇ ਐਸੇ ਬੱਚੇ ਹੈ ਜਿਨ੍ਹਾਂ ਦੇ ਕਈਆਂ ਦੇ ਤਾਂ ਆਫਰ ਲੈਟਰ 'ਤੇ ਸਟਕ ਨੇ, ਕਈਆਂ ਦਾ ਆਫਰ ਲੈਟਰ ਆ ਗਿਆ, ਕਾਸਟ ਤੱਕ ਦਾ ਸਫ਼ਰ ਤਾਂ ਤੈਅ ਕਰ ਲਿਆ, ਲੇਕਿਨ ਕਾਸਟ ਲੈਟਰ ਹਾਲੇ ਤੱਕ ਨਹੀਂ ਉਹਨਾਂ ਨੂੰ ਮੁਹੱਈਆ ਹੋਇਆ। ਉੱਥੇ ਕੀ ਪ੍ਰੋਬਲਮਸ ਆ ਰਹੀਆਂ ਨੇ? ਦੇਖੋ ਕੀ ਹੈ, ਮੈਂ 2 ਦਿਨ ਪਹਿਲਾਂ ਹੀ ਮੈਂ ਇੱਕ ਯੂਨੀਵਰਸਿਟੀ ਬਾਥ ਸਪਾ ਦਾ ਇੱਕ ਦਿੱਲੀ 'ਚ ਇਵੈਂਟ ਸੀ ਔਰ ਮੈਂ ਉੱਥੇ ਅਟੈਂਡ ਕੀਤਾ। ਉਹਨਾਂ ਨੇ ਸਾਨੂੰ ਜਿਹੜੀ ਸਾਰੀ ਚੀਜ਼ਾਂ, ਹਰ ਇੱਕ ਯੂਨੀਵਰਸਿਟੀ ਦੀ ਆਪਣੀ ਆਪਣੀ ਮਜਬੂਰੀ ਹੈ, ਹਰ ਇੱਕ ਯੂਨੀਵਰਸਿਟੀ ਨੂੰ ਆਪਣੇ ਤਰੀਕੇ ਨਾਲ ਸੋਚਣਾ ਪੈਂਦਾ ਹੈ, ਕਿਉਂਕਿ ਉਹਨਾਂ ਦੇ ਸਿਰ 'ਤੇ ਵੀ ਤਲਵਾਰ ਲਟਕੀ ਹੋਈ ਹੈ। ਦੇਖੋ UKVI ਇਹ ਕਹਿੰਦੀ ਹੈ, ਜਿਹੜੀ ਉਹਨਾਂ ਦੀ ਗਵਰਨਮੈਂਟ, ਜਿਹੜੀ ਉਹਨਾਂ ਦੀ ਇਮੀਗ੍ਰੇਸ਼ਨ ਪਾਲਿਸੀ ਹੈ, ਉਹ ਇਹ ਕਹਿੰਦੀ ਹੈ ਕਿ ਜਿਹੜੀ ਯੂਨੀਵਰਸਿਟੀ ਦਾ ਰਿਜ਼ਲਟ ਤੁਹਾਡਾ 10% ਦੇ ਵਿੱਚ, ਮਤਲਬ ਤੁਹਾਡਾ ਰਿਫਿਊਜ਼ਲ ਰੇਟ ਹੋ ਜਾਂਦਾ ਹੈ, ਅਗਰ ਜਾਂ 10% ਬੱਚਾ ਜਿਹੜਾ ਤੁਹਾਡੇ ਤੋਂ ਵਿਡਰੋ ਹੋ ਜਾਂਦਾ ਹੈ, ਬੱਚਾ ਭੱਜ ਜਾਂਦਾ ਹੈ, ਬੱਚਾ ਕਲਾਸ ਨਹੀਂ ਲਾਉਂਦਾ ਜਾਂ 10% ਵੀਜ਼ਾ ਹੀ ਨਹੀਂ ਆਉਂਦੇ, ਤਾਂ ਉਹਨਾਂ ਦਾ ਲਾਇਸੈਂਸ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਲਈ
ਕੈਂਸਲ ਹੋ ਜਾਂਦਾ। ਓਕੇ, ਇਟ ਠੀਕ ਹੈ। ਮੀਨਸ ਕਿ ਇੱਕ ਯੂਨੀਵਰਸਿਟੀ ਜਿਹੜੀ 3-3 4-4 ਹਜ਼ਾਰ 5-5 ਹਜ਼ਾਰ ਬੱਚਿਆਂ ਨੂੰ ਪੜ੍ਹਾ ਰਹੀ ਹੈ ਫੋਰਨ ਦੇ ਸਟੂਡੈਂਟ ਨੂੰ, ਕਿਉਂਕਿ ਲੋਕਲ ਬੱਚਿਆਂ ਦੀ ਸਾਡੇ ਨਾਲੋਂ 3 ਗੁਣਾ ਘੱਟ ਫੀਸ ਹੁੰਦੀ ਹੈ। ਈਵਨ ਕਿ ਉਹਨਾਂ ਦੇ ਕਈਆਂ ਨੂੰ ਤਾਂ ਫ੍ਰੀ 'ਚ ਵੀ ਐਜੂਕੇਸ਼ਨ ਮਿਲਦੀ ਹੈ। ਤਾਂ ਇਸ ਕਰਕੇ ਉਹਨਾਂ ਨੂੰ ਜਿਹੜੀ ਇਨਕਮ ਹੈਗੀ ਆ ਉਹ ਬੇਸਿਕਲੀ ਜਿਹੜੀ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟ ਤੋਂ ਹੈਗੀ ਆ, ਅਤੇ ਉਹ ਇਹੋ ਜਿਹਾ ਰਿਸਕ ਲੈਣ ਤੋਂ ਪਹਿਲਾਂ 10 ਵਾਰੀ ਸੋਚਦੇ ਨੇ ਕਿ ਸਾਨੂੰ ਕੀ ਕਰਨਾ ਚਾਹੀਦਾ। ਤਾਂ ਉਹਨਾਂ ਮੈਨੂੰ ਦੱਸਿਆ ਕਿ ਸਾਡੇ ਕੋਲ ਜਿਹੜਾ ਸਤੰਬਰ ਇਨਟੇਕ ਦੇ ਲਈ ਉਹਨਾਂ ਕੋਲ ਘੱਟੋ ਘੱਟ 5500 ਐਪਲੀਕੇਸ਼ਨ ਆਈਆਂ, 5500 ਐਪਲੀਕੇਸ਼ਨ ਆਈਆਂ, ਠੀਕ ਹੈ। ਔਰ ਉਹਨਾਂ ਕੋਲ ਸੀਟ ਸੀ ਸਿਰਫ 200 ਇੰਡੀਅਨ ਦੇ ਲਈ। ਹਰ ਇੱਕ ਦੇਖੋ, ਇੱਕ ਕੰਟਰੀ ਦਾ ਕੋਟਾ ਹੈ ਕਿ ਹਰ ਇੱਕ ਕੰਟਰੀ ਦੇ ਵਿੱਚ ਕਿਸੇ ਨੂੰ 200 ਸੀਟ ਦਿੱਤੀ ਜਾਂਦੀਆਂ ਹੈ, ਕਿਸੇ ਕੰਟਰੀ ਦੇ ਵਿੱਚ ਕਿਸੇ ਨੂੰ 1000 ਸੀਟ ਦਿੱਤੀ ਜਾਂਦੀ ਹੈ, ਕਿਸੇ ਦੇ ਵਿੱਚ 500 ਦਿੱਤੀ ਜਾਂਦੀ ਹੈ, ਕਿਸੇ ਦੇ 100 ਵੀ, ਕਿਸੇ ਦੇ 50 ਵੀ। ਤਾਂ ਇਸ ਕਰਕੇ ਹਰ ਇੱਕ ਕਾਲਜ, ਹਰ ਇੱਕ ਯੂਨੀਵਰਸਿਟੀ ਡਿਪੈਂਡ ਕਰਦਾ ਹੈ ਕਿ ਤੁਹਾਡੇ ਕੰਟਰੀ ਲਈ ਕਿੰਨੀਆਂ ਸੀਟਸ ਨੇ। ਹੁਣ ਜਿਹੜੇ 500 ਬੱਚਿਆਂ ਨੂੰ ਉਹਨਾਂ ਨੇ ਲੈਣਾ ਹੈ ਇੰਡੀਆ ਤੋਂ, ਜਾਂ 200 ਬੱਚਿਆਂ ਨੂੰ ਜਿਹੜੇ ਉਹਨਾਂ ਨੇ ਇੰਡੀਆ ਤੋਂ ਲੈਣਾ ਹੈ, ਉਹਦੇ 'ਚ ਬੱਚੇ ਉਹਨਾਂ ਨੂੰ ਛਾਂਟਣੇ ਪੈਂਦੇ ਨੇ ਕਿ ਕਿਹੜੇ ਬੱਚੇ ਇਹੋ ਜਿਹੇ ਨਾ ਹੋਣ ਕਿ ਬੱਚੇ ਭੱਜ ਜਾਣ। ਠੀਕ ਹੈ। ਕਿਉਂਕਿ ਇੱਥੇ ਅਸੀਂ ਨਾ ਇੱਕ ਚੀਜ਼ ਹੋਰ, ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਇਹਦੇ ਵਿੱਚ ਮੈਨੂੰ ਇੱਕ ਸਵਾਲ ਹੋਰ ਯਾਦ ਆਇਆ ਕਿ ਪਿੱਛੇ ਜੇ ਅਸੀਂ ਇਹ ਵੀ ਦੇਖਿਆ ਕਿ ਬਹੁਤ ਸਾਰੇ ਬੱਚੇ 3 ਮਹੀਨਿਆਂ ਦੀ ਫੀਸ ਨਾਲ, ਫਿਰ ਛਮਾਹੀ ਫੀਸ ਨਾਲ ਵੀ ਗਏ। ਹੁਣ ਕੁਝ ਇੱਕ ਯੂਨੀਵਰਸਿਟੀਆਂ ਨੇ ਆਪਣੀ ਫੀ ਦਾ ਜਿਹੜਾ ਪੇ ਸਕੇਲ ਆ ਉਹ ਵੀ ਵਧਾ ਦਿੱਤਾ ਹੈ। ਬਿਲਕੁਲ। ਉਹਦਾ ਕਾਰਨ ਵੀ ਕੀ ਹੈ? ਦੇਖੋ, ਰੀਜ਼ਨ ਇਹੀ ਨੇ ਕਿ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ 2019 'ਚ ਅਸੀਂ UK ਕੀਤਾ, ਬਹੁਤ ਅੱਛਾ ਕੀਤਾ। 2020 ਦੇ ਵਿੱਚ ਕੀਤਾ, ਉਦੋਂ ਕੀ ਹੁੰਦਾ ਸੀ, 2000 ਫੀਸ ਭਰ ਦਿਓ। ਕਈ ਕਾਲਜ ਕਹਿੰਦੇ ਸੀ 1000 ਪਾਉਂਡ ਹੀ ਭਰ ਦਿਓ ਤਾਂ ਵੀ ਕੋਈ ਦਿੱਕਤ ਨਹੀਂ, ਤੁਸੀਂ ਬਾਕੀ ਵੀਜ਼ਾ ਤੋਂ ਬਾਅਦ ਦੇ ਦਿਓ। ਪਰ ਦੇਖੋ, ਜਦੋਂ ਇੱਕ ਸਹੂਲਤ ਮਿਲਦੀ ਆ ਇਨਸਾਨ ਨੂੰ, ਜਿਵੇਂ ਅਸੀਂ ਜੋ ਸਹੂਲਤ ਦਾ ਜਦੋਂ ਅਸੀਂ ਨਜਾਇਜ਼ ਫਾਇਦਾ ਉਠਾਉਣਾ ਸ਼ੁਰੂ ਕਰ ਦਿਆ ਉਸ ਫੈਸਿਲਿਟੀ ਦਾ, ਇਟ ਮੀਨਸ ਕਿ ਬੜਾ ਵਧੀਆ ਸੀ ਕਿ ਤੁਸੀਂ 3000 ਭਰਦੇ ਸੀ, 2000 ਭਰਦੇ ਸੀ, ਅਤੇ ਉਸ ਤੋਂ ਬਾਅਦ ਤੁਸੀਂ ਉੱਥੇ ਜਾ ਕੇ ਜਿਹੜਾ ਹੈ ਆਪਣਾ ਕਮਾ ਕੇ ਜਿਹੜਾ ਹੈ ਤੁਸੀਂ ਇਨਕਮ ਆਪਣੀ ਦੇ ਵਿੱਚੋਂ ਜਿਹੜਾ ਸੀ ਬਾਕੀ ਪੈਸਾ ਭਰ ਸਕਦੇ ਸੀ। ਪਰ ਜਦੋਂ ਅਸੀਂ ਉੱਥੇ ਗਏ, ਉੱਥੇ ਜਾ ਕੇ ਦੇਖਿਆ ਕਿ ਨਹੀਂ ਜੀ, ਪੜ੍ਹਨਾ ਤਾਂ ਹੈ ਨਹੀਂ, ਅਸੀਂ ਤਾਂ ਇੱਥੇ ਕੰਮ ਕਰਨ ਆਏ ਹਾਂ, ਤਾਂ ਬੱਚਿਆਂ ਨੇ ਜਿਹੜਾ ਉੱਥੇ ਜਾ ਕੇ ਪੜ੍ਹਾਈ ਛੱਡ ਦਿੱਤੀ। ਜਿਹਦੇ ਵਿੱਚੋਂ ਬਹੁਤ ਜ਼ਿਆਦਾ ਜਿਹੜਾ ਨਾਰਥ ਇੰਡੀਅਨ ਸਟੂਡੈਂਟ ਸੀ, ਜਿਹੜੇ ਪੰਜਾਬ ਤੋਂ ਸੀ, ਹਰਿਆਣਾ ਤੋਂ ਸੀ, ਤਾਂ ਉਹਨਾਂ ਨੇ ਜਾ ਕੇ ਉੱਥੇ ਪੜ੍ਹਾਈ ਛੱਡ ਦਿੱਤੇ। ਅੱਜ ਵੀ ਇੰਡੀਆ ਦੇ ਵਿੱਚ ਜਿਹੜੀਆਂ ਸਾਊਥ ਦੇ ਵਿੱਚ ਜਿਹੜੀਆਂ ਸਟੇਟਸ ਹੈਗੀਆਂ ਨੇ, ਜਾਂ ਕਈ ਇੱਦਾਂ ਦੀਆਂ ਸਟੇਟਸ ਹੈਗੀਆਂ ਨੇ ਜਿੱਥੇ ਬੱਚਾ ਅੱਜ ਵੀ ਜਾਂਦਾ ਹੈ, ਬੇਸ਼ੱਕ 3000 ਫੀਸ ਭਰੀ ਹੋਵੇ, ਜਾ ਕੇ ਪੂਰੀ ਫੀਸ ਭਰਦਾ ਅਤੇ ਪੜ੍ਹਨ ਜਾਂਦਾ ਹੈ। ਮਤਲਬ ਖਤਰੇ 'ਚ ਸਿਰਫ ਨਾਰਥ ਇੰਡੀਅਨ ਜ਼ਿਆਦਾ ਨੇ। ਬਿਲਕੁਲ ਨਾਰਥ ਇੰਡੀਅਨ ਜ਼ਿਆਦਾ ਨੇ ਜੀ, ਕਿਉਂਕਿ ਸਾਡੇ ਕੁਝ ਬੱਚੇ ਯੂਪੀ ਤੋਂ, ਕੁਝ ਬੱਚੇ ਪੰਜਾਬ ਹਰਿਆਣਾ ਦਾ ਸਟੈਂਪ ਹੈ ਜੀ ਕਿ ਇਹਨਾਂ ਨੇ ਪੜ੍ਹਨਾ ਨਹੀਂ ਜਾਣਾ। ਉਹਨਾਂ ਨੂੰ ਪਤਾ ਹੈ ਕਿ ਇਹਨਾਂ ਬੱਚਿਆਂ ਨੇ ਉੱਥੇ ਜਾ ਕੇ ਜਾਂ ਤਾਂ ਇਹਨਾਂ ਨੂੰ ਗਲਤ ਗੁੰਮਰਾਹ ਕੀਤਾ ਜਾ ਰਿਹਾ। ਉਹਦੇ ਲਈ ਬਹੁਤ ਜ਼ਿਆਦਾ ਜ਼ਿੰਮੇਵਾਰੀ ਮੈਂ ਕਹਾਂਗਾ ਕੰਸਲਟੈਂਟ ਦੀ ਹੈ, ਕਿਉਂਕਿ ਕੰਸਲਟੈਂਟ ਜ਼ਿਆਦਾ ਪੈਸਾ ਬਣਾਉਣ ਦੇ ਚੱਕਰ ਦੇ ਵਿੱਚ ਬੱਚਿਆਂ ਦੀ ਘੱਟ ਫੀਸ ਭਰ ਕੇ ਉਹਨਾਂ ਨੂੰ ਗੁੰਮਰਾਹ ਕਰਦੇ ਨੇ ਕਿ ਤੁਸੀਂ ਜੀ ਹੁਣ ਇਸ ਤੋਂ ਬਾਅਦ ਇਹ ਕੰਮ ਕਰ ਲਿਓ ਜਾ ਕੇ। ਠੀਕ ਹੈ ਜੀ, ਮੈਂ ਤੁਹਾਡੇ ਤੋਂ 12 ਲੱਖ ਲੈ ਲਿਆ, 15 ਲੱਖ ਲੈ ਲਿਆ, ਬਟ ਫੀਸ ਤੁਹਾਡੀ ਭਰੀ 2 ਲੱਖ ਰੁਪਇਆ। ਇਹੋ ਜਿਹੇ ਬੱਚੇ ਆਉਂਦੇ ਨੇ ਸਾਡੇ ਕੋਲ। ਉਹ ਜਦੋਂ ਸਾਡੇ ਕੋਲ ਆਉਂਦੇ ਨੇ, ਅਸੀਂ ਉਹਨਾਂ ਤੋਂ ਪੁੱਛਦੇ ਹਾਂ ਕਿ ਬਈ ਤੂੰ ਕਿਉਂ ਨਹੀਂ ਦੇਖਿਆ ਕਿ ਤੇਰੀ ਫੀਸ ਕਿੰਨੀ ਜਾ ਰਹੀ ਹੈ ਔਰ ਤੂੰ ਬਾਕੀ ਪੈਸਾ ਇੱਦਾਂ ਦੇ ਦਿੱਤਾ। ਤਾਂ ਇਹ ਬਹੁਤ ਬੱਚਿਆਂ ਨੂੰ ਸਮਾਰਟ ਹੋਣ ਦੀ ਲੋੜ ਆ, ਬੱਚਿਆਂ ਦੇ ਪੇਰੈਂਟਸ ਨੂੰ ਸਮਝਣ ਦੀ ਲੋੜ ਆ ਕਿ ਦੇਖੋ, ਕਿਸੇ ਵੀ ਜਾ ਕੇ ਕਿਸੇ ਵੀ ਕੰਟਰੀ 'ਚ 2 ਨੰਬਰ ਵਾਲੇ ਬੰਦੇ ਨੂੰ ਜਿਹੜਾ ਹੈ ਉਹਨਾਂ ਅੱਛਾ ਐਂਟਰਟੇਨ ਨਹੀਂ ਕੀਤਾ ਜਾਂਦਾ। ਅੱਜ ਨਹੀਂ ਤਾਂ ਕੱਲ੍ਹ ਵਾਪਸ ਆਉਣਾ ਪਏਗਾ। ਬਿਲਕੁਲ, ਇਹ ਤਾਂ ਗੱਲ ਹੈਗੀ ਹੈ। ਜੇ ਅਸੀਂ ਕਿਸੇ ਵੀ ਮੁਲਕ ਦੇ ਨਿਯਮਾਂ ਦੇ ਨਾਲ ਛੇੜਛਾੜ ਕਰਾਂਗੇ ਤਾਂ ਕਿਤੇ ਨਾ ਕਿਤੇ ਸਾਨੂੰ ਉਸ ਦਾ ਭੁਗਤਾਨ ਤਾਂ ਕਰਨਾ ਹੀ ਪਏਗਾ। ਨੰਬਰਸ ਨੋਟ ਕਰ ਲਓ ਤੁਸੀਂ, ਪ੍ਰੋਗਰਾਮ ਦੇ ਤਹਿਤ ਜਾਂ ਪ੍ਰੋਗਰਾਮ ਤੋਂ ਬਾਅਦ ਵੀ ਗੱਲਬਾਤ ਕਰ ਸਕਦੇ ਹੋ। ਸੋ ਫੀਸਿਸ ਜਿਹੜੀਆਂ ਨੇ ਉਹ ਵੱਧ ਗਈਆਂ ਨੇ। ਤੁਹਾਡੇ ਕਾਫੀ ਕਨੈਕਟ ਹੈਗੇ ਨੇ, ਤੁਹਾਡੇ ਡਾਇਰੈਕਟ ਟਾਈ-ਅਪਸ ਨੇ, ਜਿੱਦਾਂ ਤੁਸੀਂ ਜ਼ਿਕਰ ਕਰਦੇ ਹੋ, ਆਪਾਂ ਆਫ ਕੈਮਰਾ ਵੀ ਚਰਚਾ ਕਰਦੇ ਹਾਂ ਅਕਸਰ। ਸੋ ਤੁਹਾਡੇ ਕੋਲ ਅੱਜ ਦੀ ਤਰੀਕ 'ਚ ਵੀ ਕੋਈ ਯੂਨੀਵਰਸਿਟੀਆਂ ਨੇ, ਕਿਉਂਕਿ ਬਹੁਤ ਸਾਰੇ ਐਸੇ ਬੱਚੇ ਆ ਜਿਨ੍ਹਾਂ ਨੂੰ ਇਹ ਹੈਗਾ ਕਿ ਚਲੋ ਜੇ 6 ਮਹੀਨਿਆਂ ਦੀ ਫੀਸ ਨਾਲ ਵੀ ਹੋ ਜਾਵੇ ਤਾਂ ਇੱਕ ਵਾਰੀ ਚੱਲ ਜਾਣਗੇ, ਉੱਥੇ ਜਾ ਕੇ ਵੀ ਬਹੁਤ ਸਾਰੇ ਰਸਤੇ ਨਿਕਲ ਜਾਣਗੇ। ਦੇਖੋ, ਅਗਰ ਤੁਸੀਂ 6 ਮਹੀਨੇ ਦੀ ਫੀਸ ਨਾਲ ਜਾਣਾ ਚਾਹੁੰਦੇ ਹੋ, ਜਿਵੇਂ ਤੁਹਾਨੂੰ ਮੈਂ ਪਹਿਲਾਂ ਡਿਸਕਸ ਕਰ ਰਿਹਾ ਸੀ ਕਿ ਬੱਚੇ ਜਿਹੜੇ ਨੇ ਉੱਥੋਂ ਵਿਡਰਾਅ ਲੈ ਲੈਂਦੇ ਨੇ ਜਾਂ ਬੱਚੇ ਪੜ੍ਹਦੇ ਨਹੀਂ ਹੈ, ਜਿਸ ਵਜ੍ਹਾ ਕਰਕੇ ਯੂਨੀਵਰਸਿਟੀਜ਼ ਨੂੰ ਬਹੁਤ ਦਿੱਕਤ ਹੋਈ। ਅਤੇ ਸਪੈਸ਼ਲੀ ਨਾਰਥ ਇੰਡੀਅਨ ਸਟੂਡੈਂਟਸ ਨੂੰ ਜਿਹੜਾ ਹੈਗਾ ਹੈ, ਉਹਨਾਂ ਨੇ ਫੁੱਲ ਫੀਸ ਦੇ ਨਾਲ ਫਾਈਨਲ ਕੀਤਾ ਕਿ ਨਹੀਂ ਜੀ, ਅਸੀਂ ਪੰਜਾਬ ਹਰਿਆਣਾ ਤੋਂ ਜੇ ਬੱਚਾ ਲੈਣਾ ਤਾਂ ਪੂਰੀ ਫੀਸ ਹੀ ਲੈਣੀ ਹੈ, ਕਿਉਂਕਿ ਇਹਨਾਂ ਭੱਜ ਜਾਣਾ ਉੱਥੇ ਜਾ ਕੇ। ਠੀਕ ਹੈ। ਈਵਨ ਕਿ ਮੈਂ ਕੁਝ ਬੱਚੇ ਦੇਖੇ ਜਿਨ੍ਹਾਂ ਦੀ ਪੂਰੀ ਫੀਸ ਪੇਡ ਸੀ, ਪਰ ਉਹਨਾਂ ਨੂੰ ਇਹ ਲੱਗਾ ਕਿ ਪੜ੍ਹਨੀ ਜੀ ਅਸੀਂ ਇੱਥੇ ਆਏ, ਅਸੀਂ ਸਿਰਫ ਕੰਮ ਕਰਨਾ ਆ, ਇਸ ਕਰਕੇ ਉਹਨਾਂ ਨੇ ਪੂਰੀ ਫੀਸ ਪੇ ਕਰਕੇ ਵੀ ਛੱਡ ਦਿੱਤਾ। ਵੀ ਮੈਂ ਉਹਨਾਂ ਸਟੂਡੈਂਟਸ ਨੂੰ ਰਿਕੁਐਸਟ ਵੀ ਕਰਾਂਗਾ ਅਤੇ ਮੇਰੇ ਵੱਲੋਂ ਸਲਾਹ ਵੀ ਹੈ ਕਿ ਦੇਖੋ, ਅਗਰ 1 ਸਾਲ ਤੁਸੀਂ ਫੀਸ ਪੇ ਕੀਤੀ ਤਾਂ ਤੁਸੀਂ ਸਾਲ ਕਿਉਂ ਨਹੀਂ ਪੜ੍ਹਦੇ? ਤੁਸੀਂ ਸਾਲ ਪੜ੍ਹੋ, ਉੱਥੇ ਜਾ ਕੇ ਆਪਣੀ ਰੈਪੂਟੇਸ਼ਨ ਅੱਛੀ ਕਰੋ, ਤੁਹਾਨੂੰ ਹੋਰ ਫੈਸਿਲਿਟੀਜ਼ ਮਿਲ ਜਾਣਗੀਆਂ। ਈਵਨ ਕਿ ਇੱਦਾਂ ਦੀਆਂ ਯੂਨੀਵਰਸਿਟੀਜ਼ ਨੇ ਜਿਹੜੀਆਂ ਤੁਹਾਨੂੰ ਡਾਇਰੈਕਟ ਪਲੇਸਮੈਂਟ ਤੱਕ ਦਿਲਾ ਰਹੀਆਂ ਨੇ, ਤੁਹਾਡੀ PR ਦੇ ਵਿੱਚ ਹੈਲਪ ਕਰ ਰਹੀਆਂ ਨੇ। ਅੱਜ ਤੁਸੀਂ 2 ਨੰਬਰ 'ਚ ਹੋ ਜਾਓਗੇ, ਉਸ ਤੋਂ ਬਾਅਦ ਤੁਸੀਂ ਫਿਰ ਧੱਕੇ ਖਾਓਗੇ, ਕਿਸੇ ਨੂੰ ਹੋਰ 20 ਲੱਖ ਰੁਪਇਆ ਦਿਓਗੇ, 30 ਲੱਖ ਰੁਪਇਆ। ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ USA ਦੇ ਵਿੱਚ ਵੀ ਜ਼ਿਆਦਾਤਰ ਬੱਚੇ ਕਿਹੜੇ ਖਰਾਬ ਹੋ ਰਹੇ ਨੇ, ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਹੈ ਕਿ
ਤੁਸੀਂ ਉੱਥੋਂ ਅੱਗੇ ਸ਼ਿਫਟ USA ਹੋ ਜਾਓਗੇ, ਹੂੰ ਤੁਹਾਨੂੰ ਅਸੀਂ ਟਪਾ ਦਾਂਗੇ, ਬਾਰਡਰ ਟਪਾ ਦਾਂਗੇ, ਇਹ ਕਰ ਦਾਂਗੇ, ਉਹ ਕਰ ਦਾਂਗੇ। ਉਸ ਚੱਕਰ 'ਚ ਉਹਨਾਂ ਤੋਂ 30 ਲੱਖ 35 ਲੱਖ ਰੁਪਏ ਲੈ ਜਾਂਦਾ ਹੈ। ਉਹਨੇ 'ਚ ਤਾਂ ਤੁਹਾਡੀ ਡਿਗਰੀ ਕੰਪਲੀਟ ਹੋ ਜਾਣੀ ਹੈ, ਤੁਸੀਂ ਆਰਾਮ ਨਾਲ ਆਪਣਾ ਉਹਨਾਂ ਪੈਸਾ ਲਾ ਕੇ ਤੁਸੀਂ ਇੱਕ ਜੈਨੂਅਨ ਜਿਹੜਾ ਹੈ ਸਿਟੀਜ਼ਨ ਬਣ ਸਕਦੇ ਹੋ। ਉੱਥੇ ਜਾ ਕੇ ਵੀ ਤਾਂ ਤੁਸੀਂ ਦੇਖੋ 2 ਨੰਬਰ 'ਚ ਹੋਗੇ USA 'ਚ, ਫਿਰ ਜਾ ਕੇ 2 ਨੰਬਰ 'ਚ ਹੋਣਾ। ਪਰ ਗੱਲ ਇਹ ਹੈ ਨਾ ਵੀ ਸਾਡੇ ਪੰਜਾਬੀ ਖਾਸ ਤੌਰ ਤੇ ਸ਼ਾਰਟਕਟ ਵੱਲ ਨੂੰ ਭੱਜਦੇ ਆ, ਸੋ ਸ਼ਾਰਟਕਟ ਵੱਲ ਨੂੰ ਜੇ ਨਹੀਂ ਭੱਜੋਗੇ, ਵਧੀਆ ਤੁਹਾਡੀ ਐਜੂਕੇਸ਼ਨ ਹੋ ਜਾਏਗੀ, ਤੁਹਾਨੂੰ ਸੈਟਲਮੈਂਟ ਆਪਸ਼ਨ ਦੇ ਵਿੱਚ ਵੀ ਬੈਨੀਫਿਟ ਮਿਲ ਜਾਣਗੇ। ਇਸ ਦੇ ਨਾਲ ਹੀ ਸਰ ਇੱਕ ਸਵਾਲ ਹੋਰ ਵੀ ਹੈ ਕਿ ਹਮੇਸ਼ਾ PT ਨੂੰ ਲੈ ਕੇ ਅਸੀਂ ਕੈਨੇਡਾ ਨੂੰ ਲੈ ਕੇ ਚਿੰਤਿਤ ਹੁੰਦੇ ਸੀਗੇ, ਕਦੇ ਰਿਜ਼ਲਟ ਪੋਜ਼ਿਟਿਵ ਆਏ, ਕਦੇ ਦੇਖਿਆ ਨਹੀਂ ਆਏ ਹੈਗੇ, ਬਹੁਤ ਸਾਰੇ ਅਪ ਐਂਡ ਡਾਊਨ ਆਏ। ਹੁਣ ਪਿੱਛੇ ਜੇ ਦੇਖਣਾ ਸ਼ੁਰੂ ਕੀਤਾ ਕਿ UK ਨੂੰ ਲੈ ਕੇ ਵੀ PT 'ਚ ਕੁਝ ਚੇਂਜਸ ਆਏ ਆ, ਸਕੋਰ ਨੂੰ ਲੈ ਕੇ ਚੇਂਜਸ ਆਏ ਆ, ਆਪਸ਼ਨਸ ਨਹੀਂ ਮਿਲ ਰਹੀਆਂ। ਬਿਲਕੁਲ ਜੀ, ਦੇਖੋ ਜਦੋਂ PT ਸਟਾਰਟ ਹੋਇਆ, ਜਦੋਂ PT UK 'ਚ ਐਕਸੈਪਟ ਕਰਨਾ ਸ਼ੁਰੂ ਕੀਤਾ ਤਾਂ ਓਵਰਆਲ ਜਿਹੜਾ ਸਾਨੂੰ 51 ਦੀ ਰਿਕੁਆਇਰਮੈਂਟ ਹੁੰਦੀ ਸੀ ਔਰ ਈਚ 50, ਮਤਲਬ 51 ਨੋਟ ਲੈਸ ਦੈਨ 50 ਸਕੋਰ ਚਾਹੀਦਾ ਸੀ। ਪਰ ਉਸ ਤੋਂ ਬਾਅਦ ਜਿਵੇਂ ਜਿਵੇਂ PT ਦੇ ਬੱਚਿਆਂ ਨੇ ਐਗਜ਼ਾਮ ਦਿੱਤੇ ਤਾਂ ਦਿੱਕਤ ਇਹ ਹੋਈ ਕਿ ਉਹਨਾਂ ਨੂੰ ਉਸ ਲੈਵਲ ਦੀ ਅੰਡਰਸਟੈਂਡਿੰਗ ਨਹੀਂ ਹੋਈ ਜੋ ਉਹਨਾਂ ਨੂੰ ਆਇਲਟਸ ਤੋਂ ਨੌਲੇਜ ਮਿਲਦੀ ਸੀ ਇੰਗਲਿਸ਼ ਦੀ, ਸ਼ਾਇਦ ਉਹ PT ਤੋਂ ਉਹ ਨਹੀਂ ਚੀਜ਼ ਵਧੀਆ ਨਹੀਂ ਲੈ ਪਾਏ। ਤਾਂ ਯੂਨੀਵਰਸਿਟੀਜ਼ ਨੇ, ਮੈਂ ਅੱਜ ਦੀ ਡੇਟ 'ਚ ਕਹਾਂਗਾ ਕਿ 90% ਯੂਨੀਵਰਸਿਟੀ ਨੇ ਜਿਹੜਾ PT ਸਕੋਰ ਚੇਂਜ ਕਰ ਦਿੱਤਾ ਹੈ। PT ਸਕੋਰ ਜਿਹੜਾ ਹੈ 59 ਈਚ ਲੈ ਰਹੇ ਨੇ ਤੁਹਾਡੇ ਤੋਂ, 59 ਈਚ। ਪਰ ਫਿਰ ਵੀ ਕੁਝ ਯੂਨੀਵਰਸਿਟੀਜ਼ ਨੇ, 2 4 5 ਯੂਨੀਵਰਸਿਟੀਜ਼ ਨੇ ਜਿਹੜੀਆਂ ਅੱਜ ਵੀ ਐਕਸੈਪਟ ਕਰਦੀਆਂ ਨੇ ਤੁਹਾਨੂੰ, ਤੁਹਾਡੀ ਪਹਿਲਾਂ ਇੰਟਰਵਿਊ ਲੈਂਦੀਆਂ ਨੇ, ਤੁਹਾਡੀ ਇੰਗਲਿਸ਼ ਨੂੰ ਜੱਜ ਕਰਦੀਆਂ। ਜੇ ਉਹਨਾਂ ਨੂੰ ਲੱਗਦਾ ਹੈ ਕਿ ਤੁਸੀਂ ਕੋਈ ਗੱਲ ਨਹੀਂ, PT ਸਕੋਰ ਘੱਟ ਹੈ, ਕੋਈ ਇਸ਼ੂ ਨਹੀਂ ਹੈ, ਅਸੀਂ ਤੁਹਾਨੂੰ ਐਕਸੈਪਟ ਕਰਦੇ ਹਾਂ, ਪਰ ਪਹਿਲਾਂ ਤੁਸੀਂ ਇੰਟਰਵਿਊ ਦਿਓ ਤਾਂ ਕਿ ਸਾਨੂੰ ਪਤਾ ਲੱਗੇ ਕਿ ਤੁਸੀਂ ਵਾਕਈ ਸਾਡੀ ਯੂਨੀਵਰਸਿਟੀ 'ਚ ਆ ਕੇ ਪੜ੍ਹ ਸਕਦੇ ਹੋ, ਕਿ ਤੁਹਾਨੂੰ ਸਾਡੇ ਸਬਜੈਕਟ ਦੀ ਸਮਝ ਆ ਜਾਏਗੀ, ਜੋ ਅਸੀਂ ਪੜ੍ਹਾਵਾਂਗੇ ਤੁਸੀਂ ਉਹਨਾਂ ਨੂੰ ਸਮਝ ਕੇ ਤੁਸੀਂ ਅੱਗੇ ਵੱਧ ਪਾਓਗੇ। ਤਾਂ ਇਸ ਕਰਕੇ ਦੇਖੋ, ਤੁਸੀਂ ਅਗਰ ਫੋਰਨ ਕੰਟਰੀ ਜਾ ਰਹੇ ਹੋ ਪੜ੍ਹਨ ਤਾਂ ਤੁਹਾਨੂੰ ਪਤਾ ਹੈ ਕਿ ਉੱਥੇ ਇੰਗਲਿਸ਼ ਦਾ ਕਿੰਨਾ ਇੰਪੋਰਟੈਂਟ ਰੋਲ ਹੈ। ਅਗਰ ਤੁਸੀਂ ਇੰਗਲਿਸ਼ ਤੁਹਾਡੀ ਅੱਛੀ ਨਹੀਂ ਹੈ, ਤੁਹਾਨੂੰ ਕੰਮ 'ਚ ਦਿੱਕਤ ਆਉਣੀ ਹੈ, ਤੁਹਾਨੂੰ ਪੜ੍ਹਨ 'ਚ ਦਿੱਕਤ ਆਉਣੀ ਹੈ, ਤੁਹਾਨੂੰ ਆਪਣੀ ਅਸੈਸਮੈਂਟ 'ਚ ਦਿੱਕਤ ਆਉਣੀ ਹੈ, ਤੁਹਾਨੂੰ ਉਸ ਤੋਂ ਬਾਅਦ ਜਿਹੜਾ ਹੈ ਅੱਗੇ ਵਧਣ ਦੇ ਲਈ ਵੀ ਇੰਗਲਿਸ਼ ਬਹੁਤ ਜ਼ਰੂਰੀ ਹੈ। ਬਿਲਕੁਲ, ਅਸੀਂ ਕਿਤੇ ਵੀ ਜਾਣਾ ਹੈ ਸਾਨੂੰ ਉੱਥੇ ਜਾ ਕੇ ਕਮਿਊਨੀਕੇਟ ਤਾਂ ਆਫਟਰ ਆਲ ਇੰਗਲਿਸ਼ ਦੇ ਵਿੱਚ ਹੀ ਕਰਨਾ ਪਏਗਾ। 2019 ਤੋਂ ਲੈ ਕੇ 2022 ਮਿਡ ਤੱਕ ਰੌਲਾ ਰਿਹਾ ਵਿਦਆਊਟ ਆਇਲਟਸ ਅਪਲਾਈ ਕਰ ਲਓ। ਇਸ ਦੌਰਾਨ ਬਹੁਤ ਸਾਰੇ ਸਟੂਡੈਂਟ ਗਏ ਵੀ। ਥੋੜੇ ਦਿਨ ਪਹਿਲਾਂ ਮੈਂ ਕਿਸੇ ਕੰਸਲਟੈਂਟ ਦਾ ਸੋਸ਼ਲ ਮੀਡੀਆ ਦੇਖ ਰਹੀ ਸੀ, ਉਹ ਹਾਲੇ ਵੀ ਕਹਿ ਰਹੇ ਸੀ ਕਿ ਵਿਦਆਊਟ ਆਇਲਟਸ ਮੇਰੇ ਕੋਲ ਆਪਸ਼ਨ ਨੇ, ਤੁਸੀਂ ਆ ਜਾਓ, ਮੈਂ ਭੇਜ ਦਊਂਗਾ। ਮੈਂ ਤੁਹਾਡੇ ਤੋਂ ਇੱਕ ਜੈਨੂਇਨ ਗਾਈਡੈਂਸ ਚਾਹੂੰਗੀ, ਨਾਰਥ ਇੰਡੀਅਨ ਸਟੂਡੈਂਟਸ ਲਈ ਹੈਗੀਆਂ ਨੇ ਆਪਸ਼ਨ ਵਿਦਆਊਟ ਆਇਲਟਸ? ਬਿਲਕੁਲ ਜੀ, ਦੇਖੋ ਕੀ ਹੈਗਾ ਹੈ, ਨਾਰਥ ਇੰਡੀਅਨ ਸਟੂਡੈਂਟਸ ਲਈ ਹੈਗੀਆਂ ਨੇ। ਮੈਂ ਪਹਿਲਾਂ ਜਿੱਦਾਂ ਅਸੀਂ PT ਦੀ ਗੱਲ ਕਰ ਰਹੇ ਸੀ ਕਿ ਉਹਨਾਂ ਨੇ ਸਕੋਰ ਵਧਾ ਦਿੱਤਾ। ਇੱਕ ਪਾਸੇ ਅਸੀਂ ਵਿਦਆਊਟ ਆਇਲਟਸ ਦੀ ਗੱਲ ਕਰਦੇ ਹਾਂ, ਇੱਕ ਪਾਸੇ ਅਸੀਂ ਵਧੀਆ ਸਕੋਰ ਦੀ ਗੱਲ ਕਰਦੇ ਹਾਂ। ਤਾਂ PT ਦੇਖੋ ਅੱਜ ਵੀ ਅਸੀਂ 51 ਓਵਰਆਲ ਦੇ ਨਾਲ ਔਰ 51 ਈਚ ਦੇ ਨਾਲ ਐਕਸੈਪਟ ਕਰ ਰਹੇ ਹਾਂ। ਜੇ ਕੋਈ ਸਟੂਡੈਂਟ ਦੇ PT ਦੇ ਵਿੱਚੋਂ ਨੰਬਰ ਅੱਛੇ ਹੈਗੇ ਨੇ, 51 ਓਵਰਆਲ ਜਾਂ 51 ਈਚ ਹੈਗੇ ਨੇ, ਅਸੀਂ ਐਕਸੈਪਟ ਕਰਾਂਗੇ। ਬਾਕੀ ਜੇ ਮੈਂ ਗੱਲ ਕਰਾਂ ਵਿਦਆਊਟ ਆਇਲਟਸ ਦੀ, ਤਾਂ ਵਿਦਆਊਟ ਆਇਲਟਸ ਜਿਹੜਾ ਹੈ ਅੱਜ ਵੀ ਕੁਝ ਕੁ ਯੂਨੀਵਰਸਿਟੀਜ਼ ਲੈ ਰਹੀਆਂ ਨੇ, ਪਰ ਉਹ ਪੰਜਾਬ ਹਰਿਆਣਾ ਬੋਰਡ ਨੂੰ ਮੈਕਸਿਮਮ ਨਹੀਂ ਲੈ ਰਹੀਆਂ। ਪੰਜਾਬ ਹਰਿਆਣਾ ਬੋਰਡ ਨੂੰ ਮਨਾ ਕਰ ਚੁੱਕੀਆਂ ਨੇ। ਉਹਨਾਂ ਦਾ ਇਹ ਹੈ ਕਿ ਜੇ ਕੋਈ CBSE ICSE ਬੱਚਾ ਹੈਗਾ ਹੈ ਤਾਂ ਅਸੀਂ ਉਹਨੂੰ ਲੈ ਲਾਂਗੇ, ਪਰ ਉਹਦੇ 'ਚ ਵੀ ਦਿੱਕਤ ਇਹ ਹੈਗੀ ਹੈ ਕਿ ਉਹਨਾਂ ਬੱਚਿਆਂ ਦੀ ਇੰਗਲਿਸ਼ ਕਿੱਦਾਂ ਦੀ ਹੈ। ਕਿਉਂਕਿ ਜਿਹੜਾ ਪਿੱਛੇ ਸਾਡਾ ਸਾਲ ਨਿਕਲਿਆ ਹੈ ਜਿਹਦੇ ਵਿੱਚ ਐਗਜ਼ਾਮ ਨਹੀਂ ਹੋ ਪਾਏ ਸੀ ਬੱਚਿਆਂ ਦੇ, ਔਰ ਉਹ ਨਾ ਹੀ ਸਕੂਲ ਜਾ ਪਾਏ ਨਾ ਕਾਲਜ ਜਾ ਪਾਏ, ਪਰਸੈਂਟੇਜ ਆ ਗਈ 90% 80% 90% ਤੋਂ ਘੱਟ ਤੁਹਾਨੂੰ ਕੋਈ ਨਹੀਂ ਮਿਲਣਾ। ਪਰ ਉਹਨਾਂ ਤੋਂ ਇੱਕ ਸੈਂਟੈਂਸ ਬੁਲਵਾ ਕੇ ਦੇਖੋ, ਉਹਨਾਂ ਨੂੰ ਨਹੀਂ ਆਉਂਦਾ। ਤਾਂ ਇਸ ਕਰਕੇ ਉਹ ਡਬਲ ਮਿਹਨਤ ਹੋ ਗਈ ਸਾਡੀ ਕਿ ਉਹਨਾਂ ਦੀ ਪਰਸੈਂਟੇਜ ਵਧੀਆ ਕਰਕੇ ਕਾਲਜ ਨੇ ਕਿਹਾ ਕਿ ਚਲੋ ਪਾ ਦਿਓ, ਪਰ ਬਾਅਦ 'ਚ ਉਹਨਾਂ 'ਚੋਂ 90% ਬੱਚਿਆਂ ਦੇ ਜਿਹੜੇ ਕਾਸ ਨਹੀਂ ਆਏ ਕਿਉਂਕਿ ਉਹਨਾਂ ਬੱਚਿਆਂ ਦੀ ਇੰਟਰਵਿਊ ਹੀ ਕਲੀਅਰ ਨਹੀਂ ਹੋਈ। ਤਾਂ ਇਹ ਵੀ ਇੱਕ ਇਸ਼ੂ ਰਿਹਾ ਯੂਨੀਵਰਸਿਟੀਜ਼ ਦੇ ਵਿੱਚ ਕਿ ਵੀ ਇੰਨੇ ਪਰਸੈਂਟੇਜ ਹੋਣ ਦੇ ਬਾਵਜੂਦ ਵੀ 80% ਇਨ ਇੰਗਲਿਸ਼, 80% ਸਾਰੇ ਸਬਜੈਕਟ ਦੇ ਵਿੱਚੋਂ, ਪਰ ਬੰਦੇ ਨੂੰ ਗੱਲ ਕਰਨੀ ਨਹੀਂ ਆ ਰਹੀ। ਇਟ ਮੀਨਸ ਕਿ ਕਿਤੇ ਨਾ ਕਿਤੇ ਖੋਟ ਹੈ, ਕਿਤੇ ਨਾ ਕਿਤੇ ਦਿੱਕਤ ਹੈ, ਕਿਤੇ ਨਾ ਕਿਤੇ ਸਾਡੇ ਸਿਸਟਮ 'ਚ ਪ੍ਰੋਬਲਮ ਹੈ ਕਿ ਸਾਡੇ ਬੋਰਡ ਨੂੰ ਐਕਸੈਪਟ ਨਹੀਂ ਕੀਤਾ ਜਾ ਰਿਹਾ, ਸਾਡੇ ਪੰਜਾਬ ਹਰਿਆਣਾ ਬੋਰਡ ਨੂੰ ਐਕਸੈਪਟ ਨਹੀਂ ਕੀਤਾ ਜਾ ਰਿਹਾ। ਸਾਨੂੰ ਸਮਝਣ ਦੀ ਲੋੜ ਹੈ ਕਿ ਸਾਡੀ ਜਿਹੜੀ ਐਜੂਕੇਸ਼ਨ ਪਾਲਿਸੀ ਆ ਉਹਦੇ 'ਚ ਅਸੀਂ ਪ੍ਰੈਕਟੀਕਲ ਨਾ ਹੋ ਕੇ ਥਿਓਰੀਟੀਕਲ ਜ਼ਿਆਦਾ। ਬਿਲਕੁਲ, UK ਦੇ ਵਿੱਚ ਜੇ ਪੈਰਾਮੀਟਰ ਵੀਜ਼ਾ ਅਸੀਂ ਗ੍ਰਾਂਟ ਕਰਾਉਣਾ ਹੈ, ਡਾਕੂਮੈਂਟਸ ਤਾਂ ਚਲੋ ਇੱਕ ਬਹੁਤ ਜ਼ਿਆਦਾ ਨੈਸੈਸਰੀ ਚੀਜ਼ ਹੈ, ਉਹ ਤਾਂ ਜੋ ਵੀ ਤੁਹਾਡੀ ਕੁਆਲੀਫਿਕੇਸ਼ਨ ਹੈ ਉਸ ਦੇ ਆਧਾਰ ਦੇ ਉੱਤੇ ਤੁਹਾਨੂੰ ਆਪਸ਼ਨਸ ਮਿਲਦੇ ਨੇ। ਫੰਡਸ ਵੀ ਇੱਕ ਬਹੁਤ ਜ਼ਿਆਦਾ ਖਾਸ ਰੋਲ ਪਲੇ ਕਰਦੇ ਨੇ UK ਦੇ ਵਿੱਚ। ਬਿਲਕੁਲ ਜੀ, ਫੰਡਸ ਨੂੰ ਲੈ ਕੇ ਕੁਝ ਗਾਈਡ ਕਰੋ। ਬਿਲਕੁਲ ਦੇਖੋ ਜਿਹੜਾ UK ਹੈ, UK ਦੀ ਜਿਹੜੀ ਨਵੀਂ ਪਾਲਿਸੀ ਉਹਦੇ 'ਚ ਪੁਆਇੰਟ ਸਿਸਟਮ ਹੈ ਕਿ ਤੁਹਾਨੂੰ ਇੰਨੇ ਪੁਆਇੰਟ ਕਾਸ ਦੇ ਮਿਲਣੇ ਨੇ, ਇੰਨੇ ਪੁਆਇੰਟ ਤੁਹਾਨੂੰ ਫੰਡ ਦੇ ਮਿਲਣੇ ਨੇ, ਔਰ ਟੋਟਲ ਪੁਆਇੰਟ ਜਿਹੜੇ ਤੁਹਾਡੇ ਇੰਨੇ ਹੋਣੇ ਚਾਹੀਦੇ ਨੇ, ਤਾਂ ਹੀ ਤੁਸੀਂ ਜਿਹੜਾ ਹੈ ਵੀਜ਼ਾ ਲੈ ਸਕਦੇ ਹੋ। ਹੁਣ ਅਗਰ ਇੱਕ ਵੀ ਚੀਜ਼ ਸਹੀ ਨਹੀਂ ਹੈ, ਇਟ ਮੀਨਸ ਕਿ ਤੁਹਾਡੀ ਅਗਰ ਕੋਈ ਡਾਕੂਮੈਂਟ ਫੇਕ ਪਾਇਆ ਜਾਂਦਾ, ਤੁਸੀਂ ਕੋਈ +2 ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ, ਤੁਸੀਂ ਕੋਈ ਗਲਤ ਡਾਕੂਮੈਂਟ ਲਾਇਆ, ਤੁਹਾਡੇ ਉਹ ਕਾਸ ਦੇ ਪੁਆਇੰਟ ਵਿਡਰੋ ਹੋ ਜਾਂਦੇ ਨੇ।
ਠੀਕ ਹੈ। ਅਗਰ ਤੁਹਾਡੇ ਫੰਡ ਜੈਨੂਇਨ ਨਹੀਂ ਹੈ, ਇਟ ਮੀਨਸ ਤੁਹਾਡੇ ਫੰਡ ਤੁਹਾਡੇ ਕੋਲ ਹੈ ਨਹੀਂ ਹੈ, ਜਾਂ ਤੁਸੀਂ ਕੁਝ ਗਲਤ ਤਰੀਕੇ ਨਾਲ ਦਿਖਾਏ ਨੇ, ਜਾਂ ਤੁਹਾਡੇ ਕੋਲ ਫੰਡ ਜਿਹੜੇ ਨੇ ਉਹ ਅਪਲਾਈ ਨਹੀਂ ਕੀਤੇ, ਜਾਂ ਤੁਸੀਂ ਪੁਰਾਣੇ ਨਹੀਂ ਹੈ, ਜਾਂ ਕੁਝ ਵੀ ਹੈ, ਫਿਰ ਉਹ ਤੁਹਾਨੂੰ ਪੁਆਇੰਟਸ ਨਹੀਂ ਮਿਲਣਗੇ, ਉਹ ਤੁਹਾਡਾ ਵੀਜ਼ਾ ਰਿਜੈਕਟ ਹੋ ਜਾਏਗਾ। ਪੁਆਇੰਟ ਇੱਕ ਬਹੁਤ ਅਹਿਮ ਰੋਲ ਅਦਾ ਕਰਦੇ ਨੇ। ਯੂਕੇ ਦੇ ਵਿੱਚ ਜਿਹੜਾ ਹੈ 28 ਦਿਨ ਪੁਰਾਣੇ ਫੰਡ ਮੰਗੇ ਜਾਂਦੇ ਨੇ, ਪਰ 28 ਦਿਨ ਬਾਅਦ ਮੈਂ ਸੋਚਾਂ ਕਿ ਮੈਂ 30ਵੇਂ ਦਿਨ ਵੀਜ਼ਾ ਅਪਲਾਈ ਕਰ ਦੇਵਾਂ ਤਾਂ ਉਹਦੇ 'ਚ ਥੋੜ੍ਹੀ ਦਿੱਕਤ ਹੋ ਸਕਦੀ ਆ। ਤੁਸੀਂ ਜਦੋਂ ਅਪਲਾਈ ਕਰਦੇ ਹੋ ਨਾ ਆਪਣਾ ਐਪਲੀਕੇਸ਼ਨ, ਤੁਹਾਨੂੰ ਲੱਗਦਾ ਹੈ ਕਿ ਜੀ ਮੈਂ ਹੁਣ ਯੂਕੇ ਜਾਣਾ, ਮੈਂ ਮਨ ਬਣਾ ਲਿਆ ਕਿ ਮੈਂ ਯੂਕੇ ਜਾਣਾ ਹੀ ਜਾਣਾ, ਤਾਂ ਤੁਹਾਨੂੰ ਉਸੇ ਦਿਨ ਹੀ ਆਪਣੇ ਫੰਡ ਪਵਾ ਲੈਣੇ ਚਾਹੀਦੇ ਨੇ। ਬੇਸ਼ੱਕ ਏਜੰਟ ਤੋਂ ਪਵਾ ਲਿਓ, ਜਾਂ ਬੇਸ਼ੱਕ ਆਪ ਪਾ ਰਹੇ ਹੋ, ਬੇਸ਼ੱਕ ਇੱਧਰ ਉੱਧਰੋਂ ਫੜ ਕੇ ਪਾ ਰਹੇ ਹੋ, ਤਾਂ ਮੇਰੇ ਹਿਸਾਬ ਨਾਲ 2-2.5 ਮਹੀਨੇ ਅਗਰ ਪੁਰਾਣੇ ਫੰਡ ਨੇ ਨਾ, ਤੁਹਾਨੂੰ ਕੋਈ ਚੈਲੰਜ ਨਹੀਂ ਹੈ। ਤੁਸੀਂ ਜਿਵੇਂ ਅਪਲਾਈ ਕਰੋਗੇ ਨਾਲ ਦੀ ਨਾਲ ਤੁਹਾਨੂੰ ਜਿਹੜਾ ਵੀਜ਼ਾ ਆ ਜਾਏਗਾ, ਵੀਜ਼ਾ ਨਿਕਲ ਕੇ ਆ ਜਾਏਗਾ। ਠੀਕ ਹੈ। ਤੇ ਵੀਜ਼ਾ ਮੋਸਟਲੀ ਫੰਡ ਤੇ ਡਿਪੈਂਡ ਕਰਦਾ ਹੈ। ਅਗਰ ਅੱਛੀ ਤੁਹਾਡੀ 3-4 ਮਹੀਨੇ ਪੁਰਾਣੀ ਸਟੇਟਮੈਂਟ ਹੈ, ਤੁਸੀਂ ਫੰਡ ਸੇਵਿੰਗ 'ਚ ਕਰਵਾ ਸਕਦੇ ਹੋ, ਤੁਸੀਂ ਜਿਹੜਾ ਫੰਡ ਜਿਹੜੇ FD 'ਚ ਵੀ ਕਰਵਾ ਸਕਦੇ ਹੋ। ਇਹਨਾਂ ਦੋਨੋਂ ਆਪਸ਼ਨਸ ਦੇ ਨਾਲ ਤੁਸੀਂ ਫੰਡ ਆਪਣੇ ਲਾ ਕੇ ਆਪਣਾ ਵੀਜ਼ਾ ਲੈ ਸਕਦੇ ਹੋ। ਬਿਲਕੁਲ ਜੀ। ਸੋ ਜੋ ਹੋਰ ਵੀ ਡਾਕੂਮੈਂਟਸ ਹੋਣਗੇ, ਹੋਰ ਜਿਹੜੀਆਂ ਵੀ ਚੀਜ਼ਾਂ ਨੇ, ਤੁਸੀਂ ਇਹਨਾਂ ਨੰਬਰਸ ਨੂੰ ਸੇਵ ਕਰ ਲਓ। ਸਾਡੇ ਪ੍ਰੋਗਰਾਮ ਤੋਂ ਬਾਅਦ ਤੁਸੀਂ ਕਾਲ ਕਰਕੇ ਵੀ ਇਨਫੋਰਮੇਸ਼ਨ ਲੈ ਸਕਦੇ ਹੋ। ਸਪਾਊਸ ਵੱਡੇ ਪੱਧਰ ਦੇ ਉੱਤੇ ਯੂਕੇ ਵੱਲ ਨੂੰ ਰੁਝਾਨ ਕੀਤਾ, ਸਪਾਊਸ ਐਪਲੀਕੇਸ਼ਨ ਨੇ, ਸਪਾਊਸ ਗਿਆ ਵੀ। ਅੱਜ ਦੀ ਤਰੀਕ ਦੇ ਵਿੱਚ ਕੀ ਸਿਨੈਰੀਓ, ਕਿਉਂਕਿ ਕੁਝ ਇੱਕ ਸੋਸ਼ਲ ਮੀਡੀਆ ਮਾਹਿਰ ਕਹਿ ਲਵਾਂ ਮੈਂ, ਜਾਂ ਫਿਰ ਕਈ ਵਾਰੀ ਮੈਨੂੰ ਨਹੀਂ ਪਤਾ ਕਿ ਇਹ ਸੱਚ ਹੈ ਕਿ ਝੂਠ ਹੈ, ਕਿ ਬਈ ਹੁਣ ਬੰਦ ਹੋਏਗਾ ਸਪਾਊਸ ਵੀਜ਼ਾ, ਜਿਹੜੇ ਸਕਿਲਡ ਲੇਬਰ ਹੈ ਉਹਦੀ ਜ਼ਰੂਰਤ ਸੀ ਉਸ ਹਿਸਾਬ ਨਾਲ ਜਿਹੜਾ ਇੱਕ ਐਜੂਕੇਟਿਡ EMPLOYEE ਉੱਥੇ ਨਹੀਂ ਪਹੁੰਚਿਆ। ਉਹ ਚੀਜ਼ ਤੁਹਾਡੇ ਤੋਂ ਐਕਸਪਲੇਨ ਕਰਵਾਉਣਾ ਚਾਹੂੰਗੀ ਕਿ ਹੈ ਕਿ ਸਪਾਊਸ ਜਾਏਗਾ ਹੁਣ ਆਉਣ ਵਾਲੇ ਟਾਈਮ ਦੇ ਵਿੱਚ, ਸਖਤਾਈ ਵਧੇਗੀ ਕਿ ਨਹੀਂ? ਬਿਲਕੁਲ ਬਿਲਕੁਲ। ਦੇਖੋ ਕੀ ਹੈਗਾ ਕਿ ਜਿਹੜੀ ਪਹਿਲੀ ਗਵਰਨਮੈਂਟ ਸੀ ਉਹਨਾਂ ਨੇ ਇੱਕ ਅਨਾਊਂਸਮੈਂਟ ਕੀਤੀ ਸੀ ਕਿ ਨਹੀਂ ਜੀ ਅਸੀਂ ਜਲਦੀ ਜਿਹੜਾ ਸਪਾਊਸ ਜਿਹੜਾ ਹੈ ਉਹ ਬੰਦ ਕਰਨ ਜਾ ਰਹੇ ਹਾਂ, ਕਿਉਂਕਿ ਸਾਡੇ ਕੋਲ ਇੱਥੇ ਬੱਚੇ ਬਹੁਤ ਜ਼ਿਆਦਾ ਆ ਗਏ ਸੀ। ਹਰ ਪਿਛਲੇ ਸਾਲ ਮੇਰੇ ਖਿਆਲ 'ਚ 1 ਲੱਖ ਕੋਈ 35 ਦੇ ਆਸ-ਪਾਸ 35,000 ਦੇ ਆਸ-ਪਾਸ ਬੱਚਾ ਇੰਡੀਆ ਤੋਂ ਪਹੁੰਚਿਆ। ਉਹਨਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀਜ਼ਾ ਦਿੱਤਾ ਤੇ ਬਹੁਤ ਬੱਚੇ ਚਲੇ ਗਏ, ਔਰ ਉਹਨਾਂ ਦੇ ਡਿਪੈਂਡੈਂਟ ਬਹੁਤ ਜ਼ਿਆਦਾ ਸੀ। ਹੁਣ ਇੱਕ ਬੱਚੇ ਦੇ ਨਾਲ ਉਹਦਾ ਬੱਚਾ ਵੀ ਜਾ ਰਿਹਾ ਹੈ, ਉਹਦਾ 2 ਬੱਚੇ ਨੇ, ਹਸਬੈਂਡ ਵੀ ਜਾ ਰਿਹਾ ਹੈ, ਔਰ ਇੱਕ ਬੱਚੇ ਨਾਲ 3 ਜਣੇ ਹੋਰ ਜਾ ਰਹੇ ਹਨ। ਤਾਂ ਇਟ ਮੀਨਸ ਕਿ ਕਿਤੇ ਨਾ ਕਿਤੇ ਯੂਕੇ ਦੇ ਵਿੱਚ ਕੀ ਹੈ ਕਿ ਪਹਿਲਾਂ ਜਦੋਂ ਉਹ ਅਲੱਗ ਹੋਏ ਯੂਰਪੀਅਨ ਯੂਨੀਅਨ ਦੇ ਨਾਲੋਂ, ਉਹਨਾਂ ਨੇ ਆਪਣੇ ਨੂੰ ਅਲੱਗ ਕੀਤਾ, ਕਿਉਂਕਿ ਪਹਿਲਾਂ ਕਿਸੇ ਯੂਰਪੀਅਨ ਯੂਨੀਅਨ ਦੇ ਬਹੁਤ ਸਾਰੇ ਲੋਕ ਉੱਥੇ ਆ ਕੇ ਜੌਬ ਕਰਦੇ ਸੀ, ਜਿਸ ਕਰਕੇ ਜੌਬ ਦੇ ਵਿੱਚ ਸ਼ਾਰਟੇਜ ਰਹਿੰਦੀ ਸੀ। ਜਿਹੜਾ ਬਾਹਰੋਂ ਸਟੂਡੈਂਟ ਆਉਂਦਾ ਸੀ ਜਾਂ ਬਾਹਰੋਂ ਮਾਈਗ੍ਰੇਸ਼ਨ ਜਿਹੜੀ ਯੂਰਪ ਤੋਂ ਇਲਾਵਾ ਜਿਹੜੀ ਹੁੰਦੀ ਸੀ, ਉਹਨਾਂ ਨੂੰ ਜੌਬ ਦੀ ਕਿੱਲਤ ਆਉਂਦੀ ਸੀ। ਪਰ ਹੁਣ ਕੀ ਹੋਇਆ ਕਿ ਉੱਥੋਂ ਅਲੱਗ ਹੋਣ ਕਰਕੇ ਜਿਹੜਾ ਉੱਥੇ ਵੀ ਜੌਬ ਲੈਣ ਦਾ ਇੱਕ ਪ੍ਰੋਸੀਜਰ ਹੋ ਗਿਆ। ਜਿੱਥੇ ਤੁਸੀਂ ਸਿਰਫ ਐਂਟਰੀ ਮਾਰ ਕੇ ਜੌਬ ਲੈ ਲੈਂਦੇ ਸੀ, ਉੱਥੇ ਹੁਣ ਤੁਹਾਨੂੰ ਪ੍ਰੋਪਰ ਪੇਪਰ ਕਾਰਵਾਈ ਹੁੰਦੀ ਹੈ, ਤੁਹਾਨੂੰ ਵੀਜ਼ਾ ਲੈਣਾ ਪਏਗਾ ਜਾਂ ਤੁਹਾਨੂੰ ਹੋਰ ਚੀਜ਼ਾਂ ਕਰਨੀਆਂ ਪੈਣਗੀਆਂ, ਜਿਸ ਕਰਕੇ ਜਿਹੜਾ ਸਾਡੇ ਲੋਕਾਂ ਨੂੰ ਉੱਥੇ ਆਪਸ਼ਨ ਮਿਲੀ ਕਿ ਉੱਥੇ ਜਾ ਕੇ ਕੰਮ ਕਰ ਸਕਣ। ਔਰ ਉਹਨਾਂ ਨੂੰ ਵੀ ਜ਼ਰੂਰਤ ਹੋਈ, ਕਿਉਂਕਿ ਉੱਥੋਂ ਦੇ ਜਿਹੜੇ ਲੋਕ ਆ ਰਹੇ ਸੀ ਹੁਣ ਜੌਬ 'ਤੇ ਨਹੀਂ ਆ ਰਹੇ ਸੀ, ਜਾਂ ਜੌਬ ਜਾਂ ਅਲੱਗ ਹੋ ਗਏ ਉਹ ਕਿਸੇ ਨਾ ਕਿਸੇ ਤਰੀਕੇ ਨਾਲ, ਅਤੇ ਜੌਬਸ ਅਪਰਚੁਨਿਟੀਜ਼ ਜ਼ਿਆਦਾ ਹੋ ਗਈਆਂ, ਜਿਸ ਵਜ੍ਹਾ ਕਰਕੇ ਉਹਨਾਂ ਲੋਕਾਂ ਨੂੰ ਬੁਲਾਇਆ। ਪਰ ਹੁਣ ਜੋ ਕੋਟਾ ਸੀ ਉਹਨਾਂ ਦਾ, ਉਹ ਕੋਟਾ ਜਿਹੜਾ ਤਕਰੀਬਨ ਫੁੱਲ ਹੋ ਚੁੱਕਾ, ਕਿਉਂਕਿ ਅੱਜ ਦੇ ਡੇਟ ਵਿੱਚ ਜਿਹੜੀਆਂ ਸਾਨੂੰ ਰਿਪੋਰਟਸ ਆ ਰਹੀਆਂ ਨੇ ਉਹਦੇ 'ਚ ਇਹ ਹੈਗਾ ਕਿ ਸਟੂਡੈਂਟ ਬਹੁਤ ਜ਼ਿਆਦਾ ਪਹੁੰਚ ਰਹੇ ਨੇ, ਉਹਨਾਂ ਦੇ ਡਿਪੈਂਡੈਂਟ ਬਹੁਤ ਜ਼ਿਆਦਾ ਪਹੁੰਚ ਰਹੇ ਨੇ, ਉਹਨਾਂ ਨੂੰ ਰਹਿਣ ਦੇ ਵਿੱਚ ਦਿੱਕਤ ਆ ਰਹੀ ਹੈ, ਉਹਨਾਂ ਨੂੰ ਪੜ੍ਹਨ ਦੇ ਵਿੱਚ ਜਿਹੜਾ ਦਿੱਕਤ ਆ ਰਹੀ ਹੈ। ਤਾਂ ਇਸ ਕਰਕੇ ਥੋੜ੍ਹਾ ਜਿਹਾ ਪਿਛਲੀ ਗਵਰਨਮੈਂਟ ਨੇ ਉਸਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਹਜੇ ਤੱਕ ਕੁਛ ਇੱਦਾਂ ਦਾ ਨਹੀਂ ਆਇਆ ਹੈ ਕਿ ਵੀ ਉਹਨਾਂ ਨੂੰ ਬੰਦ ਕੀਤਾ ਜਾਵੇਗਾ। ਇਸ ਕਰਕੇ ਜਿਹੜੇ ਸਟੂਡੈਂਟ ਜਾਣਾ ਚਾਹੁੰਦੇ, ਇਹ ਤੁਹਾਡਾ ਬਹੁਤ ਵਧੀਆ ਟਾਈਮ ਜੋ ਅਗਰ ਤੁਸੀਂ ਅਪਲਾਈ ਕਰਨਾ, ਕਿਉਂਕਿ ਕਦੇ ਵੀ ਗਾਜ ਗਿਰ ਸਕਦੀ ਹੈ ਕਿ ਨਹੀਂ ਜੀ ਹੁਣ ਇਸ ਤੋਂ ਬਾਅਦ ਨਹੀਂ, ਸਪਾਊਸ ਨਹੀਂ ਜਾਂ ਡਿਪੈਂਡੈਂਟ ਨਹੀਂ, ਸਿਰਫ ਸਟੂਡੈਂਟ ਆਓ, ਜਾਂ ਫਿਰ ਸਟੂਡੈਂਟ ਲਈ ਵੀ ਕੁਝ ਪਾਲਿਸੀ ਚੇਂਜ ਹੋ ਜਾਏ। ਤਾਂ ਇਹ ਸੁਨਹਿਰੀ ਟਾਈਮ ਹੈ ਤੁਹਾਡੇ ਲਈ ਅਗਰ ਤੁਸੀਂ ਅਪਲਾਈ ਕਰਨਾ ਹੈ ਯੂਕੇ। ਔਰ ਯੂਕੇ 'ਚ ਸਭ ਤੋਂ ਵਧੀਆ ਚੀਜ਼ ਹੈ ਕਿ ਤੁਸੀਂ ਡਿਪੈਂਡੈਂਟ ਨੂੰ ਆਪਣੇ ਨਾਲ ਲੈ ਕੇ ਜਾ ਸਕਦੇ ਹੋ। ਆਸਟ੍ਰੇਲੀਆ 'ਚ ਵੀਜ਼ਾ ਦੇ ਚਾਂਸਸ ਥੋੜ੍ਹੇ ਜਿਹੇ ਸਪਾਊਸ ਨਾਲ ਘੱਟ ਰਹਿੰਦੇ ਨੇ, ਪਰ ਵੀਜ਼ਾ ਲੱਗਦਾ ਹੈ। ਤੁਹਾਨੂੰ ਕੈਨੇਡਾ ਦੇ ਵਿੱਚ ਬਾਅਦ ਵਿੱਚ ਜਾਣਾ ਪੈਂਦਾ ਹੈ। ਤਾਂ ਇਸ ਕਰਕੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣਾ ਚਾਹਾਂਗਾ ਕਿ ਜਿਹੜੇ ਸਟੂਡੈਂਟਸ ਨੂੰ ਲੱਗਦਾ ਹੈ ਕਿ ਉਹਨਾਂ ਨੇ ਸਪਾਊਸ ਨਾਲ ਜਾਣਾ, ਪਰ ਉਹ ਯੂਕੇ ਕਿਸੇ ਨਾ ਕਿਸੇ ਕਾਰਨ ਨਹੀਂ ਜਾ ਪਾ ਰਹੇ, ਜਾਂ ਉਹਨਾਂ ਦਾ ਇੰਟਰਸਟ ਨਹੀਂ ਬਣ ਰਿਹਾ, ਤਾਂ ਤੁਹਾਡੇ ਲਈ ਨਿਊਜ਼ੀਲੈਂਡ ਬੜੀ ਵਧੀਆ ਆਪਸ਼ਨ ਹੋ ਸਕਦੀ ਹੈ। ਨਿਊਜ਼ੀਲੈਂਡ ਦੇ ਵਿੱਚ ਕੀ ਹੈ, ਲੈਵਲ 8 ਦੇ ਵਿੱਚ ਤੁਹਾਨੂੰ ਫੁੱਲ ਟਾਈਮ ਕੰਮ ਮਿਲ ਰਿਹਾ ਹੈ, ਸਪਾਊਸ ਨੂੰ ਵੀ ਫੁੱਲ ਟਾਈਮ ਔਰ ਤੁਹਾਨੂੰ ਖੁਦ ਨੂੰ ਵੀ ਫੁੱਲ ਟਾਈਮ। ਅਗਰ ਕਿਸੇ ਨੂੰ ਨਹੀਂ ਕੁਛ ਹੁੰਦਾ ਤਾਂ ਉਹ ਨਿਊਜ਼ੀਲੈਂਡ ਲਈ ਅਪਲਾਈ ਕਰ ਸਕਦਾ। ਅਸੀਂ ਨਿਊਜ਼ੀਲੈਂਡ ਦੇ ਕਾਫੀ ਅੱਛੇ ਵੀਜ਼ਾ ਲੈ ਰਹੇ ਹਾਂ। ਕਿ ਤੁਸੀਂ ਨਿਊਜ਼ੀਲੈਂਡ ਅਪਲਾਈ ਕਰਨਾ ਸਪਾਊਸ ਦੇ ਲਈ ਸਪੈਸ਼ਲੀ ਲੈਵਲ 8 ਦੇ ਵਿੱਚ, ਤਾਂ ਸਾਨੂੰ ਸੰਪਰਕ ਕਰ ਸਕਦੇ ਹੋ। ਠੀਕ ਹੈ। ਸੋ ਨਿਊਜ਼ੀਲੈਂਡ ਔਰ ਯੂਕੇ ਦੋਨੋਂ ਹੀ ਸਪਾਊਸ ਐਪਲੀਕੇਸ਼ਨ ਨੂੰ ਜਿਹੜਾ ਆ ਲੈ ਰਿਹਾ ਆ। ਤਾਂ ਤੁਸੀਂ ਜੇਕਰ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੀਡ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੰਬਰਸ ਦੇ ਉੱਪਰ ਕਾਲ ਕਰ ਸਕਦੇ ਹੋ। ਯੂਰਪ ਦਾ ਤੁਸੀਂ ਉਹਨੇ ਜ਼ਿਕਰ ਕੀਤਾ ਕਿ ਜਦੋਂ ਯੂਰਪ ਤੋਂ ਅਲੱਗ ਹੋਏ ਤਾਂ ਉਸ ਤੋਂ ਬਾਅਦ ਕੁਛ ਚੇਂਜਸ ਆਏ। ਯੂਰਪ 'ਚ ਕੋਈ ਕੰਟਰੀ ਹੋਵੇ ਜਿੱਥੇ ਕਿ ਅਸੀਂ ਕੋਈ ਅੱਛੀ ਆਪਸ਼ਨਸ ਦੇਖ ਲਈਏ, ਫਿਊਚਰ ਸਿਕਿਉਰ ਦੀਆਂ ਆਪਸ਼ਨਸ ਦੇਖ ਲਈਏ, ਕਿਉਂਕਿ ਜਿੱਦਾਂ ਨਿਊਜ਼ੀਲੈਂਡ ਦਾ ਵੀ ਤੁਸੀਂ ਜ਼ਿਕਰ ਕਰਤਾ, ਕੈਨੇਡਾ, ਆਸਟ੍ਰੇਲੀਆ, ਅਸੀਂ ਹਰ ਵਾਰੀ ਚਰਚਾ ਕਰਦੇ ਹੁੰਦੇ ਹਾਂ।
ਕੋਈ ਖਾਸ ਆਪਸ਼ਨ ਹੈਗੀ ਅੱਜ ਦੀ ਤਰੀਕ 'ਚ? ਬਿਲਕੁਲ ਦੇਖੋ ਜੀ, ਮੇਰਾ ਇੱਕ ਇਹ ਹੁੰਦਾ ਹੈ ਦਿਮਾਗ ਦੇ ਵਿੱਚ ਕਨਸੈਪਟ ਹੈ ਕਿ ਜਦੋਂ ਤੱਕ ਅਸੀਂ ਕਿਸੇ ਚੀਜ਼ ਨੂੰ ਖੁਦ ਨਹੀਂ ਜਾਣ ਪਛਾਣ ਲੈਂਦੇ ਉਦੋਂ ਤੱਕ ਜਿਹੜਾ ਹੈ ਅਸੀਂ ਉਸ ਚੀਜ਼ ਤੇ ਬਲੀਵ ਨਹੀਂ ਕਰਦੇ। ਤਾਂ ਮੈਂ ਵੀ ਪਿੱਛੇ ਇੱਕ ਯੂਰਪ ਦੇ ਟੂਰ ਤੇ ਰਿਹਾ ਔਰ ਉੱਥੇ ਮੈਂ ਸਵਿਟਜ਼ਰਲੈਂਡ ਵੀ ਗਿਆ। ਮੈਂ ਸਵਿਟਜ਼ਰਲੈਂਡ ਦੀ ਸਪੈਸ਼ਲੀ ਗੱਲ ਕਰਨੀ ਚਾਹਾਂਗਾ ਇੱਥੇ, ਕਿਉਂਕਿ ਸਵਿਟਜ਼ਰਲੈਂਡ ਜਿਹੜਾ ਹੈਗਾ ਹੈ ਉਹ ਬਹੁਤ ਸੋਹਣਾ ਕੰਟਰੀ ਹੈ, ਬਹੁਤ ਵਧੀਆ ਕੰਟਰੀ ਹੈ, ਉੱਥੇ ਓਪਰਚੁਨਿਟੀਜ਼ ਬਹੁਤ ਜ਼ਿਆਦਾ ਨੇ। ਮੈਂ ਸਵਿਟਜ਼ਰਲੈਂਡ ਕਿਉਂ ਪ੍ਰਮੋਟ ਕਰਨਾ ਚਾਹੁੰਦਾ ਹਾਂ, ਕਿਉਂਕਿ ਸਵਿਟਜ਼ਰਲੈਂਡ ਦੇ ਵਿੱਚ ਜੋ ਆਪਸ਼ਨਸ ਮੈਂ ਦੇਖੀਆਂ ਨੇ ਸ਼ਾਇਦ ਹੀ ਕੋਈ ਹੋਰ ਕੰਟਰੀ ਦਿੰਦਾ ਹੋਵੇਗਾ। ਓਕੇ, ਜਿਵੇਂ ਕਿ ਦੇਖੋ, ਇੱਕ ਸਟੂਡੈਂਟ ਹੈ, ਉਹ ਪੜ੍ਹਦਾ ਕਿਉਂ ਹੈ? ਉਹਦੀ ਸਟੱਡੀ ਦਾ ਰੀਜ਼ਨ ਕੀ ਹੁੰਦਾ? ਉਹਦੀ ਸਟੱਡੀ ਦਾ ਰੀਜ਼ਨ ਹੁੰਦਾ ਹੈ ਕਿ ਮੈਨੂੰ ਕੱਲ੍ਹ ਨੂੰ ਇੱਕ ਸਿਕਿਉਰ ਫਿਊਚਰ ਮਿਲੇ, ਮੈਂ ਜੋ ਪੜ੍ਹਾਈ ਕਰਾਂ ਉਹਦੀ ਇੱਕ ਵੈਲਿਊ ਹੋਵੇ ਔਰ ਉਹ ਵੈਲਿਊ ਜਿਹੜੀ ਹੈ ਮੈਨੂੰ ਅਰਨਿੰਗ ਦੇ ਰੂਪ 'ਚ ਵਾਪਸ ਮਿਲੇ। ਰਾਈਟ। ਇਸ ਕਰਕੇ ਮੈਂ ਜੋ ਚੀਜ਼ ਉੱਥੇ ਦੇਖੀ ਸਵਿਟਜ਼ਰਲੈਂਡ ਦੇ ਵਿੱਚ, ਅੱਜ ਵੀ ਮੈਂ ਜਦੋਂ ਐਡ ਪਾਉਣਾ ਤਾਂ ਮੇਰੇ ਕੋਲ ਸ਼ਾਇਦ ਪੰਜਾਬ ਦੇ ਘੱਟ ਆਉਂਦੇ ਨੇ ਬੱਚੇ, ਜਾਂ ਉਹ ਬੱਚੇ ਆਉਂਦੇ ਨੇ ਜਿਹੜੇ ਬੱਚਿਆਂ ਨੂੰ ਐਕਚੁਅਲ 'ਚ ਪਤਾ ਹੈ ਕਨਸੈਪਟ ਕਿ ਵੀ ਅਸੀਂ ਪੜ੍ਹ ਕੇ ਕੋਈ ਅੱਛੇ ਇਨਸਾਨ ਬਣਨਾ ਹੈ ਜਾਂ ਅਸੀਂ ਪੜ੍ਹ ਕੇ ਕੋਈ ਅੱਛੀ ਜੌਬ ਲੈਣੀ ਹੈ ਆਲ ਓਵਰ ਵਰਲਡ ਦੇ ਵਿੱਚ, ਨਾ ਕਿ ਅਸੀਂ ਸਿਰਫ PR ਲੈ ਕੇ ਉੱਥੇ ਸਿਰਫ ਅਸੀਂ ਜਿਹੜਾ ਹੈ ਲੋਕਲ ਕੰਮ ਕਰਨੇ ਨੇ ਜਾਂ ਛੋਟੇ-ਮੋਟੇ ਕੰਮ ਕਰਨੇ ਨੇ ਕਿ ਅੱਜ ਸਫਾਈ 'ਤੇ ਚਲੇ ਗਏ ਜੀ, ਅੱਜ ਕਲੀਨਿੰਗ 'ਤੇ ਚਲੇ ਗਏ, ਅੱਜ ਕਿਸੇ ਹੋਟਲ 'ਚ ਕੰਮ ਕਰ ਲਿਆ ਛੋਟਾ ਮੋਟਾ ਜਾਂ ਉੱਧਰ ਕਰ ਲਿਆ। ਤੁਸੀਂ ਇੱਕ ਅੱਛੇ ਵੇਜ ਰੇਟ ਦੇ ਨਾਲ, ਇੱਕ ਅੱਛੇ ਸੈਲਰੀ ਦੇ ਨਾਲ ਜੇ ਕੰਮ ਕਰਨਾ ਹੈ ਤਾਂ ਉਸ ਤੋਂ ਵਧੀਆ ਜਿਹੜਾ ਮੈਂ ਸਵਿਟਜ਼ਰਲੈਂਡ 'ਚ ਨਹੀਂ ਦੇਖਿਆ ਕਿ ਕੀ ਪੋਸੀਬਲ ਹੋ ਸਕਦਾ ਹੈ। ਕੋਈ ਬਹੁਤ ਅੱਛਾ ਆਪਸ਼ਨ ਹੈ। ਇਹ ਆਪਸ਼ਨ ਦੇ ਉੱਪਰ ਗੱਲ ਕਰ ਲੈਂਦੇ ਹਾਂ, ਕੀ ਆਪਸ਼ਨ ਹੈ, ਕਿੱਦਾਂ ਦੇ ਪ੍ਰੋਗਰਾਮ ਨੇ, ਕਿਹਦੇ ਲਈ ਇਹ ਪ੍ਰੋਗਰਾਮ ਬਣਿਆ? ਦੇਖੋ, ਇਹ ਜਿਹੜਾ ਸਵਿਟਜ਼ਰਲੈਂਡ ਤੁਸੀਂ ਜਾਣਦੇ ਹੋ ਕਿ ਇਹਨੂੰ ਦੁਨੀਆ ਦਾ ਸਵਰਗ ਕਿਹਾ ਜਾਂਦਾ ਹੈ, ਤੇ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਜਿਹੜਾ ਹੈ ਉੱਥੇ ਮੇਨ ਜਿਹੜੇ ਟੂਰਿਸਟ ਜਾਂਦੇ ਨੇ, ਟੂਰਿਸਟ ਬਹੁਤ ਜਾਂਦੇ ਨੇ ਉੱਥੇ। ਔਰ ਤੁਹਾਨੂੰ ਪਤਾ ਹੈ ਕਿ ਸਾਡੇ ਆਮ ਇੱਥੇ ਰੌਲਾ ਪੈਂਦਾ ਰਹਿੰਦਾ ਨੇ ਕਿ ਜੀ ਜਿਹੜਾ ਪੈਸਾ ਹੈ ਉਹ ਪੋਲੀਟੀਸ਼ੀਅਨ ਜਿਹੜਾ ਹੈ ਸਵਿਸ ਬੈਂਕਾਂ 'ਚ ਜਮ੍ਹਾਂ ਕਰਾ ਰਹੇ ਨੇ ਜਾਂ ਕੁਛ ਇੱਦਾਂ ਦਾ। ਤਾਂ ਉੱਥੇ ਇੱਦਾਂ ਦੇ ਸੈਕਟਰ ਦੇ ਵਿੱਚ ਜਿਹੜਾ ਹੈ ਕੰਮ ਬਹੁਤ ਹੈਗਾ ਹੈ। ਔਰ ਜਿਹੜੇ ਸਟੂਡੈਂਟਸ ਲਈ ਮੈਂ ਗੱਲ ਕਰਨੀ ਚਾਹਾਂਗਾ, ਸਪੈਸ਼ਲੀ ਹੌਸਪਿਟੈਲਿਟੀ ਦੇ ਸਟੂਡੈਂਟਸ ਲਈ, ਮੈਂ 2-3 ਇੰਸਟੀਚਿਊਟ 'ਚ ਗਿਆ, ਮੈਨੂੰ ਉੱਥੇ ਬੱਚੇ ਵੀ ਮਿਲੇ, ਮੈਂ ਹੋਟਲ 'ਚ ਗਿਆ, ਉੱਥੇ ਵੀ ਮੈਨੂੰ ਸਟੂਡੈਂਟਸ ਮਿਲੇ ਔਰ ਇੰਨੀ ਵਧੀਆ ਆਪਸ਼ਨਸ ਮੈਂ ਨਹੀਂ ਕਦੇ ਦੇਖੀ। ਕਿਉਂਕਿ ਇੱਕ ਸਟੂਡੈਂਟ ਜਿਹੜਾ ਹੈ, ਪਹਿਲਾਂ ਤਾਂ ਮੈਂ ਕਾਲਜ ਦੀ ਗੱਲ ਕਰਾਂਗਾ, ਉੱਥੇ 15 ਲੱਖ ਰੁਪਏ ਫੀਸ ਹੁੰਦੀ ਹੈ 1 ਸਾਲ ਦੀ। ਹੁਣ 15 ਲੱਖ ਦੇਖ ਕੇ ਬੰਦਾ ਡਰ ਜਾਂਦਾ ਹੈ ਕਿ ਜੀ 15 ਲੱਖ ਤਾਂ ਬਹੁਤ ਜ਼ਿਆਦਾ ਹੈ, 15 ਲੱਖ ਨਾਲ ਤਾਂ ਮੈਂ ਕੈਨੇਡਾ ਚਲੇ ਜਾਵਾਂਗਾ, ਫਿਰ ਕੈਨੇਡਾ ਚਲੇ ਜਾਓ, ਆਸਟ੍ਰੇਲੀਆ ਚਲੇ ਜਾਓ, ਕਿਤੇ ਹੋਰ ਚਲੇ ਜਾਓ ਜੀ। ਪਰ 15 ਲੱਖ ਲਾ ਕੇ ਤੁਹਾਨੂੰ ਮਿਲਣ ਕੀ ਵਾਲਾ ਹੈ? ਤੁਸੀਂ ਅਗਰ 15 ਲੱਖ ਸਵਿਟਜ਼ਰਲੈਂਡ ਦੀ ਫੀਸ ਦੇ ਰਹੇ ਹੋ ਤਾਂ ਤੁਸੀਂ ਉੱਥੇ 6 ਮਹੀਨੇ ਦੀ ਪੜ੍ਹਾਈ ਔਰ 6 ਮਹੀਨੇ ਦਾ ਜਿਹੜਾ ਹੈ ਤੁਹਾਡਾ ਕੰਮ ਇੰਟਰਨਸ਼ਿਪ ਮਿਲ ਰਹੀ ਹੈ। ਔਰ ਇੰਟਰਨਸ਼ਿਪ ਸਿਰਫ ਗੱਲਾਂ ਦੀ ਇੰਟਰਨਸ਼ਿਪ ਨਹੀਂ ਹੈ, ਇੰਟਰਨਸ਼ਿਪ ਤੁਹਾਨੂੰ ਪ੍ਰੋਪਰ ਪੇਡ ਇੰਟਰਨਸ਼ਿਪ ਹੈ ਕਿ ਤੁਹਾਨੂੰ ਹਰ ਮਹੀਨੇ ਜਿਹੜਾ ਹੈ ਘੱਟੋ ਘੱਟ 2400 ਸਵਿਸ ਫ੍ਰਿੰਕ ਮਿਲੇਗਾ। ਹੁਣ 2400 ਸਵਿਸ ਫ੍ਰਿੰਕ ਨੂੰ ਅਗਰ ਤੁਸੀਂ ਮਲਟੀਪਲਾਈ ਕਰੋ ਤਾਂ ਅੱਜ ਕੱਲ੍ਹ 85 ਦਾ ਤੇ ਤੁਸੀਂ ਨੀਅਰ ਅਬਾਊਟ 11 ਤੋਂ 12 ਲੱਖ ਰੁਪਇਆ ਪਰ ਮਹੀਨਾ, 11 ਤੋਂ 12 ਲੱਖ ਰੁਪਇਆ ਜਿਹੜਾ ਪਰ 6 ਮੰਥ 'ਚ ਕਮਾ ਸਕਦੇ ਹੋ। ਤੁਸੀਂ ਅਗਰ 15 ਲੱਖ ਲਾਇਆ ਜਾਂ 16, 17, 18 ਲੱਖ ਲਾਇਆ, ਡਿਪੈਂਡਸ ਔਨ ਕੋਰਸ, ਅਗਰ ਤੁਸੀਂ ਉਹ ਕੋਰਸ ਤੇ ਪੈਸਾ ਲਾਇਆ, ਅਗਰ ਉਹਨੇ ਦੇਖੋ ਕਿ ਤੁਹਾਨੂੰ 11-12 ਲੱਖ ਰੁਪਏ ਤਾਂ ਵਾਪਸ ਹੀ ਆ ਗਿਆ। ਚਲੋ ਇੱਕ ਟਾਈਮ ਲਈ ਆਪਾਂ ਮੰਨ ਲਿਆ ਕਿ ਸਾਨੂੰ ਵਾਪਸ ਆ ਗਿਆ, ਬਟ ਸਾਡੀ ਨਾਰਥ ਇੰਡੀਅਨ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ, ਅਸੀਂ ਹਰ ਜਗ੍ਹਾ ਦੇ ਉੱਤੇ ਕੋਈ ਨਾ ਕੋਈ ਫਿਊਚਰ ਪਰਸਪੈਕਟਿਵ ਨੂੰ ਧਿਆਨ ਰੱਖ ਕੇ, ਮਤਲਬ ਪੈਸਾ ਇੱਕ ਪਾਸੇ ਹੈ ਪਰ ਸਾਨੂੰ ਪੱਕੇ ਹੋਣ ਨਾਲ ਮਤਲਬ ਹੈ, ਕੋਈ ਸੈਟਲਮੈਂਟ ਆਪਸ਼ਨ ਮਿਲ ਜੇ। ਪ੍ਰੋਪਰ ਡਿਟੇਲਸ ਸਾਡੇ ਨਾਲ ਡਿਸਕਸ ਕਰਨਾ ਚਾਹਾਂਗਾ ਕਿ ਜਦੋਂ ਦੇਖੋ ਤੁਸੀਂ 11 ਲੱਖ ਰੁਪਇਆ ਤੁਹਾਨੂੰ ਇੰਟਰਨਸ਼ਿਪ ਤੋਂ ਵਾਪਸ ਆ ਗਿਆ, ਉਹ ਮਤਲਬ ਤੁਹਾਡੀ ਸੈਲਰੀ ਹੈ ਜਿਹੜੀ ਤੁਹਾਨੂੰ ਉੱਥੇ ਹੋਟਲ ਰੈਸਟੋਰੈਂਟ ਜਿੱਥੇ ਵੀ ਤੁਸੀਂ ਕੰਮ ਕਰੋਗੇ ਤੁਹਾਨੂੰ ਦੇਗਾ ਔਰ 100% ਦੇਗਾ, ਰਿਟਨ ਚ ਆਏਗਾ ਤੁਹਾਡੀ ਆਫਰ ਲੈਟਰ ਦੇ ਉੱਪਰ ਕਿ ਇਹ ਪੈਸਾ ਤੁਹਾਨੂੰ ਵਾਪਸ ਮਿਲਣਾ ਹੈ। ਔਰ ਉਸ ਤੋਂ ਇਲਾਵਾ ਤੁਹਾਨੂੰ ਰਹਿਣਾ ਦੇਣਾ, ਖਾਣਾ ਦੇਣਾ ਔਰ ਪ੍ਰੋਪਰ ਟ੍ਰੇਨਿੰਗ ਦੇਣੀ ਹੈ। ਦੇਖੋ, ਇੰਨੀਆਂ ਸਾਰੀਆਂ ਚੀਜ਼ਾਂ ਤੁਹਾਨੂੰ 15 ਲੱਖ ਦੇ ਵਿੱਚ ਕਿਤੇ ਮਿਲ ਨਹੀਂ ਸਕਦੀਆਂ, ਕਿਉਂਕਿ 4 ਲੱਖ 5 ਲੱਖ ਰੁਪਇਆ ਤਾਂ ਤੁਹਾਡਾ ਉੱਥੇ ਰਹਿਣ ਦਾ ਬਣ ਜਾਂਦਾ ਹੈ। ਤਾਂ ਸਮਝ ਲਓ ਤੁਸੀਂ ਫ੍ਰੀ ਆਫ ਕਾਸਟ ਪੜ੍ਹਨ ਜਾ ਰਹੇ ਹੋ ਉੱਥੇ। ਔਰ ਅਗਰ ਮੈਂ ਇਹਨੂੰ ਕੰਪੇਅਰ ਕਰਾਂ ਆਸਟ੍ਰੇਲੀਆ, ਕੈਨੇਡਾ, UK, ਕਿਤੇ ਵੀ ਕੰਪੇਅਰ ਕਰਾਂ ਤਾਂ ਸ਼ਾਇਦ ਹੀ ਕੋਈ ਇੱਦਾਂ ਦੀਆਂ ਯੂਨੀਵਰਸਿਟੀਜ਼ ਨੇ ਜਾਂ ਇੱਦਾਂ ਦਾ ਕੋਈ ਪ੍ਰੋਗਰਾਮ ਹੈ ਜਿੱਥੇ ਬਹੁਤ ਵਧੀਆ ਇੰਟੈਲੀਜੈਂਟ ਬੱਚਾ ਤਾਂ ਜਾ ਸਕਦਾ ਇਹਨਾਂ ਚੀਜ਼ਾਂ ਦੇ ਵਿੱਚ, ਪਰ ਐਵਰੇਜ ਬੱਚੇ ਲਈ ਇਹ ਨਹੀਂ ਹੈ। ਇਹ ਨਹੀਂ ਹੈਗਾ। ਠੀਕ ਹੈ। ਸਟੱਡੀ ਡਿਊਰੇਸ਼ਨ ਕਿੰਨੇ? ਸਟੱਡੀ ਡਿਊਰੇਸ਼ਨ ਸਿਰਫ 1 ਈਅਰ ਦੀ ਹੈ, 2 ਈਅਰ ਦੀ ਹੈ, 3 ਈਅਰ, ਡਿਪੈਂਡਸ ਔਨ ਕਿ ਤੁਸੀਂ ਕਿਹੜਾ ਕੋਰਸ ਲੈ ਰਹੇ ਹੋ। ਹੁਣ ਤੁਸੀਂ ਮੰਨ ਲਓ ਮੈਂ ਬੈਚਲਰ ਲੈ ਕੇ ਜਾ ਰਿਹਾ ਕਿ ਮੈਂ ਬੈਚਲਰ 'ਚ ਪੜ੍ਹਨਾ ਜੀ, ਮੇਰੇ 3 ਸਾਲ ਦੀ ਸਟੱਡੀ ਹੈ, ਪਰ ਮੈਂ 1 ਸਾਲ ਉੱਥੇ ਕੰਮ ਕੀਤਾ, ਮੇਰਾ ਮੂਡ ਬਣ ਗਿਆ ਕਿ ਨਹੀਂ ਜੀ ਮੈਨੂੰ ਹੁਣ ਇੱਥੇ ਜੌਬ ਹੀ ਮਿਲ ਗਈ ਹੈ ਜਿੱਥੇ ਮੈਂ ਇੰਟਰਨਸ਼ਿਪ ਲਾਈ ਆ, ਉਹ ਕਹਿੰਦਾ ਤੂੰ ਆ ਜਾ, ਤੂੰ ਛੱਡ ਦੇ ਸਟੱਡੀ, ਕੋਈ ਦਿੱਕਤ ਨਹੀਂ ਹੈ। ਤਾਂ ਮੈਂ 1 ਸਾਲ ਤੋਂ ਬਾਅਦ ਜਿਹੜਾ ਮੈਨੂੰ ਸਰਟੀਫਿਕੇਟ ਕੋਰਸ ਮਿਲੇਗਾ। ਠੀਕ ਹੈ। ਮੇਰਾ ਦਿਲ ਕੀਤਾ ਜੀ ਮੈਂ 1 ਸਾਲ ਹੋਰ ਪੜਾਂਗਾ, ਨਹੀਂ ਮੈਂ ਵਿੱਚ ਨਹੀਂ ਛੱਡਣਾ। ਤੁਸੀਂ 2 ਸਾਲ ਲਾ ਲਏ, ਤੁਹਾਨੂੰ ਡਿਪਲੋਮਾ ਕੋਰਸ ਮਿਲੇਗਾ। ਤੁਸੀਂ 3 ਸਾਲ ਲਾ ਲਏ, ਤੁਹਾਨੂੰ ਡਿਗਰੀ ਕੋਰਸ ਮਿਲੇਗਾ, ਉਹਦੀ ਵੈਲਿਊ ਅਲੱਗ ਆ। ਤੇ ਇਸ ਤੋਂ ਬਾਅਦ ਜਿਹੜੀ ਤੁਸੀਂ ਸਿਕਿਉਰ ਹੋਣ ਦੀ ਗੱਲ ਕਰੀ ਹੈ, ਮੈਂ ਅਗਰ ਉਹਦੀ ਗੱਲ ਕਰਾਂ ਤਾਂ 100% ਤੁਹਾਨੂੰ ਪਲੇਸਮੈਂਟ ਦੀ ਕਮਿਟਮੈਂਟ ਦੇ ਰਿਹਾ ਕਾਲਜ।
ਹੁਣ ਮੈਂ ਜਿਹੜੇ ਵੀ ਇੰਸਟੀਚਿਊਟ ਨਾਲ ਉੱਥੇ ਕੰਮ ਕਰਦਾ, ਵਰਲਡ ਰੈਪਿਊਟਡ ਜਿਹੜੇ ਨੇ ਉਹ ਇੰਸਟੀਚਿਊਟਸ ਹੈਗੇ ਨੇ, ਔਰ ਉਹ ਆਲ ਓਵਰ ਵਰਲਡ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜਦੇ ਨੇ। ਤੁਸੀਂ USA ਵੀ ਕਿਸੇ 'ਚ ਜਾ ਸਕਦੇ ਹੋ, ਤੁਸੀਂ UK ਵੀ ਤੁਹਾਨੂੰ ਕੰਮ ਦਿਲਾ ਸਕਦੇ ਨੇ, ਤੁਹਾਨੂੰ ਜਰਮਨੀ ਕੰਮ ਦਵਾ ਸਕਦੇ ਨੇ, ਤੁਹਾਨੂੰ ਸਭ ਜਗ੍ਹਾ ਕੰਮ ਦਵਾ ਸਕਦੇ ਨੇ। ਤੁਸੀਂ ਤੁਹਾਡੀ ਜਿਹੜੀ ਸੈਲਰੀ ਹੀ ਬਹੁਤ ਅੱਛੀ ਹੋਏਗੀ। ਇਸ ਕਰਕੇ ਤੁਸੀਂ ਸਿਕਿਉਰ। ਮੇਨ ਕੀ ਹੁੰਦਾ ਕਿ ਪੀਆਰ ਸਾਨੂੰ ਕਿਉਂ ਮਿਲਦੀ ਹੈ? ਜਦੋਂ ਸਾਨੂੰ ਜੌਬ ਮਿਲ ਜਾਂਦੀ ਹੈ। ਠੀਕ ਹੈ। ਕਿਤੇ ਵੀ ਜੌਬ ਮਿਲ ਜਾਵੇ ਤੇ ਉਸ ਤੋਂ ਬਾਅਦ ਤੁਹਾਨੂੰ ਪੀਆਰ ਲੈਣੀ ਸੌਖੀ, ਕੋਈ ਨਾ ਕੋਈ ਰਸਤਾ ਨਿਕਲ ਜਾਂਦਾ ਮਤਲਬ ਤੁਹਾਡੀ ਪੀਆਰ ਹੈ, ਸਮਝ ਲਓ ਜੌਬ ਮਿਲ ਗਈ। ਸਕਸੈਸ ਰੇਟ ਕਿੰਨਾ ਰਹੇਗਾ ਇਸ ਪ੍ਰੋਗਰਾਮ ਦਾ ਜਾਂ ਸਵਿਟਜ਼ਰਲੈਂਡ ਕੰਟਰੀ ਦਾ? ਉਹੀ ਕਹਿ ਰਹੇ ਹਾਂ ਕਿ ਦੇਖੋ ਇਹਦੇ 'ਚ ਮੇਨ ਚੀਜ਼ ਹੈਗੀ ਹੈ, ਸਕਸੈਸ ਰੇਟ 100% ਹੈ ਤੁਹਾਡਾ। ਤੁਸੀਂ ਫਾਈਲ ਅਪਲਾਈ ਕਰੋਗੇ 99.9% ਵੀਜ਼ਾ ਹੈ ਜੀ। ਜਿਵੇਂ ਤੁਹਾਨੂੰ ਮੈਂ UK ਦੀ ਗੱਲ ਕੀਤੀ ਹੈ ਕਿ ਵੀਜ਼ਾ ਆ ਰਹੇ ਨੇ, 1-2 ਬੱਚੇ 100 ਚੋਂ ਰਿਫਿਊਜ਼ ਹੁੰਦੇ ਨੇ, ਸੇਮ ਹੀ ਸਵਿਟਜ਼ਰਲੈਂਡ ਦੇ ਵਿੱਚ ਹੈ। ਠੀਕ ਹੈ। ਇਹਦੇ 'ਚ ਕੀ ਹੈਗਾ ਕਿ ਤੁਸੀਂ ਜਿਹੜਾ ਬੱਚਾ ਸਟੂਡੈਂਟ ਅਪਲਾਈ ਕਰ ਰਿਹਾ ਹੈ ਉਹਨਾਂ ਨੂੰ ਆਪਣੇ ਅਕਾਊਂਟ 'ਚ 1 ਲੱਖ ਰੁਪਇਆ ਸ਼ੋਅ ਕਰਨਾ ਹੈ, ਔਰ ਉਹਦੇ 'ਚੋਂ ਹੀ ਬਾਅਦ ਵਿੱਚ ਫੀਸ ਜਾਣੀ ਹੈ। ਠੀਕ ਹੈ। ਫੀਸ ਵੀ ਪਹਿਲਾਂ ਜ਼ਿਆਦਾ ਨਹੀਂ ਜਾਣੀ, ਸਿਰਫ 2 ਲੱਖ ਰੁਪਇਆ ਤੁਸੀਂ ਪਹਿਲਾਂ ਪੇ ਕਰਨਾ, ਉਹ ਵੀ ਪੂਰਾ ਰਿਫੰਡੇਬਲ ਆ। ਪਰ ਮੇਰੇ ਹਿਸਾਬ ਨਾਲ ਤੁਹਾਨੂੰ ਰਿਫੰਡ ਲੈਣ ਦੀ ਕਦੇ ਲੋੜ ਪੈਣੀ ਨਹੀਂ ਹੈ, ਕਿਉਂਕਿ ਤੁਸੀਂ ਜਿਹੜੀ ਜਗ੍ਹਾ ਜਾ ਰਹੇ ਹੋ ਉੱਥੇ ਵੀਜ਼ਾ ਆਉਣਾ ਹੀ ਆਉਣਾ। ਜਿਹੜੇ ਸਾਡੇ ਦਰਸ਼ਕਾਂ ਨੂੰ ਇਹ ਪ੍ਰੋਗਰਾਮ ਪਸੰਦ ਆ ਗਿਆ, ਜਿੱਦਾਂ ਤੁਸੀਂ ਪੂਰੀ ਪ੍ਰੋਪਰ ਉਹਦੀ ਡਿਊਰੇਸ਼ਨ ਨੂੰ ਐਕਸਪਲੇਨ ਕੀਤਾ, ਉਹਨਾਂ ਦੇ ਮਨ ਦੇ ਵਿੱਚ ਵੀ ਇੱਕੋ ਸਵਾਲ ਜਿਹੜੀ ਆ ਉਹ ਘੁੰਮ ਰਿਹਾ ਹੋਏਗਾ ਵੀ ਹੁਣ ਸਾਨੂੰ ਇੰਗਲਿਸ਼ ਐਲੀਜੀਬਿਲਟੀ ਦੱਸੋ, ਵੀ ਹੁਣ ਇੱਥੇ ਵੀ IELTS ਦੇ 6.5 ਨਾਟ ਲੈਸ ਦੈਨ 6 ਚਾਹੀਦਾ ਹੈ, ਕੀ ਆਪਸ਼ਨਸ? ਮੈਂ ਤੁਹਾਨੂੰ ਉਹ ਵੀ ਡਿਸਕਸ ਕਰਨ ਜਾ ਰਿਹਾ। ਦੇਖੋ ਕੀ ਹੈਗਾ ਕਿ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਨੇ 6 ਓਵਰਆਲ ਬੈਂਡ ਨੇ, ਪਰ ਕੈਨੇਡਾ ਨਹੀਂ ਵੀਜ਼ਾ ਲੱਗਿਆ, ਬਟ ਆਸਟ੍ਰੇਲੀਆ ਵੀਜ਼ਾ ਨਹੀਂ ਲੱਗਿਆ, ਨਿਊਜ਼ੀਲੈਂਡ ਨਹੀਂ ਲੱਗਿਆ, UK ਨਹੀਂ ਲੱਗਿਆ। 5.5 ਬੈਂਡ ਤੁਹਾਨੂੰ ਚਾਹੀਦੇ ਨੇ ਜੀ ਓਵਰਆਲ। PT ਐਕਸੈਪਟੇਬਲ ਨਹੀਂ ਹੈਗਾ, ਮੈਂ ਪਹਿਲਾਂ ਦੱਸ ਦਿੰਦਾ। ਡੋਲਿੰਗੋ ਔਰ ਜਿਹੜਾ ਹੈ ਆਇਲਟਸ ਤੁਸੀਂ ਲੈ ਕੇ ਆ ਸਕਦੇ ਹੋ, ਔਰ 5.5 ਬੈਂਡ ਓਵਰਆਲ ਚਾਹੀਦੇ ਨੇ ਤੁਹਾਨੂੰ ਅਪਲਾਈ ਕਰਨ ਲਈ। ਜ਼ਿਆਦਾ ਵੀ ਬੈਂਡ ਨਹੀਂ ਹੈ, ਕਿਉਂਕਿ ਹਰ ਇੱਕ ਬੱਚੇ ਦੇ ਆ ਜਾਂਦੇ ਨੇ। ਅਗਰ ਤੁਸੀਂ ਅਪਲਾਈ ਕਰੋਗੇ ਤਾਂ ਤੁਹਾਡਾ ਵੀਜ਼ਾ ਤੁਹਾਡਾ ਆਰਾਮ ਨਾਲ ਆ ਜਾਣਾ, ਕੋਈ ਇਸ਼ੂ ਨਹੀਂ ਹੈ। ਮੇਰੇ ਕੋਲ 1-2 ਬੱਚੇ ਆਏ, ਮੈਂ ਉਹਨਾਂ ਨੂੰ ਦੱਸੀ ਇਹ ਗੱਲ, ਉਹ ਕਹਿੰਦੇ ਸਰ ਇੱਦਾਂ ਵੀ ਹੁੰਦਾ, ਮਤਲਬ ਅਸੀਂ ਤਾਂ ਕਦੇ ਇੱਦਾਂ ਸੁਣਿਆ ਨਹੀਂ ਕਿ ਸਾਨੂੰ ਸਿਕਿਉਰ ਜੌਬ ਮਿਲ ਜਾਏ, ਸਾਨੂੰ ਸਿਕਿਉਰ ਪੈਸਾ ਵੀ ਵਾਪਸ ਮਿਲੇ। ਮਤਲਬ ਬੱਚਿਆਂ ਨੂੰ ਬਿਲੀਵ ਨਹੀਂ ਹੁੰਦਾ ਕਿ ਇਹ ਚੀਜ਼ਾਂ ਪੋਸੀਬਲ ਹੋ ਸਕਦੀਆਂ, ਕਿਉਂਕਿ ਉਹਨਾਂ ਨੂੰ ਸਮਝਾਇਆ ਹੀ ਨਹੀਂ ਇੱਦਾਂ ਗਿਆ। ਮੈਂ ਇਹੋ ਜਿਹੇ ਬੱਚਿਆਂ ਨੂੰ ਜਾਣਦਾ, ਮੇਰੇ 1-2 ਫਰੈਂਡ ਹੈਗੇ ਇੱਥੇ ਚੰਡੀਗੜ੍ਹ ਦੇ ਵਿੱਚ ਹੀ, ਜਿਨ੍ਹਾਂ ਦੇ ਬੱਚਿਆਂ ਨੇ ਬੜੇ ਅੱਛੀ ਪਰਸੈਂਟੇਜ ਨਾਲ ਪਾਸ ਹੋਏ, 99%, 90%, ਔਰ ਉਸ ਤੋਂ ਬਾਅਦ ਬੜੇ ਜਿਹੜਾ ਕਾਲਜ ਹੈ ਇੱਥੋਂ ਦਾ, ਸਕੂਲ ਜਿਹੜਾ ਹੈ, ਉਹਨੇ ਉਹਨਾਂ ਨੂੰ ਰੈਫਰੈਂਸਿਸ ਦਿੱਤੀਆਂ, ਉਹ ਯੂਨੀਵਰਸਿਟੀ ਰੈਫਰੈਂਸ ਦਿੱਤੀਆਂ, ਔਰ ਤੁਸੀਂ ਮੰਨੋਗੇ ਨਹੀਂ ਉਹਨਾਂ ਦਾ ਜਿਹੜੀ ਯੂਨੀਵਰਸਿਟੀ ਦੀ 20,000 ਪਾਉਂਡ ਫੀਸ ਸੀ, ਜਾਂ ਜਿਹੜੀ ਯੂਨੀਵਰਸਿਟੀ ਦੀ 10,000 ਪਾਉਂਡ ਫੀਸ ਸੀ, ਜਾਂ ਜਿਹੜੀ $20,000 ਫੀਸ ਸੀ ਕੈਨੇਡਾ ਦੇ ਵਿੱਚ, ਉਹ ਫ੍ਰੀ ਆਫ ਕੋਸਟ ਗਏ ਨੇ, ਸਿਰਫ $200-300 ਪੇ ਕੀਤਾ ਹੈ। ਤਾਂ ਇਸ ਕਰਕੇ ਜਿਹੜੇ ਰਸਤੇ ਨੇ ਉਹ ਲੋਕਾਂ ਨੂੰ ਸਭ ਨੂੰ ਪਤਾ ਨਹੀਂ ਹੈ। ਉਹਦੇ ਲਈ ਪ੍ਰੋਪਰ ਤੁਹਾਨੂੰ ਕਾਨਫਰੰਸਿਸ ਜਿਹੜੀਆਂ ਅਟੈਂਡ ਕਰਨੀਆਂ ਪੈਂਦੀਆਂ, ਪ੍ਰੋਪਰ ਤੁਸੀਂ ਹਰ ਜਗ੍ਹਾ ਜਾਂਦੇ ਹੋ। ਸਾਡਾ ਇਹੀ ਕੰਮ ਹੁੰਦਾ ਹੈ ਕਿ ਹਰ ਇੱਕ ਯੂਨੀਵਰਸਿਟੀ ਨੂੰ ਅਸੀਂ ਜਾ ਕੇ ਮਿਲੀਏ, ਹਰ ਇੱਕ ਵਰਲਡ ਦੇ ਵਿੱਚ ਜਿੱਥੇ ਵੀ ਐਜੂਕੇਸ਼ਨ ਕਾਨਫਰੰਸ ਆ ਉੱਥੇ ਜਾ ਕੇ ਅਟੈਂਡ ਕਰੀਏ, ਤਾਂ ਕਿ ਅਸੀਂ ਨਵੀਆਂ ਚੀਜ਼ਾਂ ਆਪਣੇ ਦਰਸ਼ਕਾਂ ਲਈ, ਨਵੀਆਂ ਚੀਜ਼ਾਂ ਆਪਣੇ ਸਟੂਡੈਂਟਸ ਲਈ ਲੈ ਕੇ ਆ ਸਕੀਏ, ਕਿ ਉਹ ਆਪਣਾ ਜਿਹੜਾ ਫਿਊਚਰ ਹੈ ਬਹੁਤ ਸਿਕਿਉਰ ਤੇ ਬਹੁਤ ਵਧੀਆ ਤਰੀਕੇ ਨਾਲ ਅੱਗੇ ਵਧ ਸਕਣ। ਸਟੱਡੀ ਡਿਊਰੇਸ਼ਨ ਤੁਸੀਂ ਦੱਸਿਆ ਵੀ ਸਰਟੀਫਿਕੇਟ ਹੋ ਗਿਆ, ਡਿਪਲੋਮਾ ਹੋ ਗਿਆ, ਡਿਗਰੀ ਹੋ ਗਈ, ਇਹ ਤਾਂ ਰਹੀ +2 ਵਾਲੇ ਬੱਚੇ ਦੀ ਗੱਲ। ਮਾਸਟਰਸ ਦੇ ਪ੍ਰੋਗਰਾਮ ਹੈਗੇ ਨੇ, ਆਇਲਟਸ ਦਾ ਸਕੋਰ ਕੀ ਚਾਹੀਦਾ? ਮਾਸਟਰ ਲਈ ਵੀ ਤੁਹਾਨੂੰ ਜਿਹੜਾ ਹੈ ਓਵਰਆਲ 6 ਚਾਹੀਦਾ, ਇਵਨ ਕਿ 5.5 ਨਾਲ ਵੀ ਅਪਲਾਈ ਕਰਵਾ ਦਿਆਂਗਾ, ਕੋਈ ਇਸ਼ੂ ਨਹੀਂ ਹੁੰਦਾ। ਤੁਹਾਡਾ ਕਿ ਉੱਥੇ ਜਾ ਕੇ ਇੰਗਲਿਸ਼ ਦਾ ਟੈਸਟ ਹੋਏਗਾ, ਨਹੀਂ ਤਾਂ ਤੁਹਾਨੂੰ ਥੋੜ੍ਹੀਆਂ ਜਿਹੀਆਂ ਇੰਗਲਿਸ਼ ਦੀਆਂ ਕਲਾਸਿਸ ਲਾਉਣੀਆਂ ਪੈਣਗੀਆਂ। ਠੀਕ ਹੈ। ਅਦਰਵਾਈਜ਼ ਮਾਸਟਰ ਨਾਲ ਵੀ ਕੋਈ ਦਿੱਕਤ ਨਹੀਂ ਹੈ। ਮਾਸਟਰ ਤੁਸੀਂ MBA, ਹੌਸਪਿਟੈਲਿਟੀ, ਮਾਰਕੀਟਿੰਗ ਸਭ ਚੀਜ਼ਾਂ ਲੈ ਸਕਦੇ ਹੋ। ਅੱਜ ਰੀਸੈਂਟਲੀ ਤੁਹਾਡੀ ਕੰਪਨੀ ਵੱਲੋਂ ਇੱਕ ਡਿਵੋਸ਼ਨਲ ਸੌਂਗ ਜਿਹੜਾ ਰਿਲੀਜ਼ ਹੋਇਆ, ਮੈਂ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਲੈਣਾ ਚਾਹੂੰਗੀ, ਤੇ ਪਹਿਲਾਂ ਤੁਹਾਨੂੰ ਵਧਾਈ ਵੀ ਦੇਣਾ ਚਾਹੂੰਗੀ। ਹਾਂਜੀ, ਥੈਂਕ ਯੂ ਜੀ। ਦੇਖੋ ਹਰ ਇੱਕ ਅਸੀਂ ਕਿ ਆਪਣੇ ਜਿਹੜਾ ਇੱਕ ਟੀਚਾ ਮਿਥਿਆ ਕਿ ਨਹੀਂ ਜੀ ਅਸੀਂ ਲੋਕਾਂ ਨੂੰ ਜਿਹੜਾ ਹੈ ਸਭ ਦੇ, ਦੇਖੋ ਸਾਡਾ ਵੀ ਇਹ ਹੁੰਦਾ ਕਿ ਅਸੀਂ ਵੀਜ਼ਾ ਕਿਉਂ ਲਗਵਾਉਣੇ, ਕੋਈ ਸਭ ਦਾ ਭਲਾ ਹੋਵੇ, ਸਾਰੇ ਜਿਹੜੇ ਲੋਕ ਨੇ ਉਹ ਚੜ੍ਹਦੀ ਕਲਾ 'ਚ ਰਹਿਣ। ਇਸ ਕਰਕੇ ਅਸੀਂ ਇਹ ਡਿਵੋਸ਼ਨਲ ਸੌਂਗ ਜਿਹੜਾ ਆਪਣੀ ਕੰਪਨੀ ਤੋਂ ਇੱਕ ਐਂਟਰਟੇਨਮੈਂਟ ਦੇ ਲਈ ਇਸ਼ੂ ਕੀਤਾ। ਇਹ ਜਿਹੜਾ ਅਸੀਂ ਜਿਹੜਾ ਸੌਂਗ ਲੈ ਕੇ ਆਏ ਹਾਂ, ਤੇ ਬਹੁਤ ਪਿਆਰ ਮਿਲ ਰਿਹਾ ਹੈ, ਸਾਰੀ ਫੈਮਲੀਜ਼ ਇਹਨੂੰ ਮਿਲ ਕੇ ਦੇਖ ਰਹੀਆਂ ਨੇ। ਜਿਹੜੇ ਸਾਡੇ ਸੱਜਣ ਬਾਹਰ ਰਹਿੰਦੇ ਨੇ, ਜਿਹੜੇ ਬੱਚੇ ਸਾਡੇ ਬਾਹਰ ਰਹਿੰਦੇ, ਉਹਨਾਂ ਨੂੰ ਵੀ ਹੌਸਲਾ ਮਿਲਦਾ ਹੈ ਕਿ ਜ਼ਿੰਦਗੀ ਦੇ ਵਿੱਚ ਚੜ੍ਹਦੀ ਕਲਾ 'ਚ ਰਹਿਣ ਨਾਲ ਹੀ ਤੁਸੀਂ ਹਰ ਮੁਕਾਮ ਪਾ ਸਕਦੇ ਹੋ। ਇਸ ਕਰਕੇ ਅਸੀਂ ਜਿਹੜਾ ਇਹ ਸੌਂਗ ਲੈ ਕੇ ਆਏ ਹਾਂ ਕਿ ਸਾਡੇ ਸਟੂਡੈਂਟ, ਸਾਡੇ ਜਿਹੜੇ ਉੱਥੇ ਵਸਣ ਵਾਲੇ ਲੋਕ ਨੇ ਵਿਦੇਸ਼ਾਂ ਦੇ ਵਿੱਚ, ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਜਿਹੜਾ ਇੱਕ ਸਹੀ ਡਾਇਰੈਕਸ਼ਨ ਵਿੱਚ ਜਾ ਕੇ ਆਪਣੇ ਆਪ ਨੂੰ ਜਿਹੜਾ ਚੜ੍ਹਦੀ ਕਲਾ 'ਚ ਰੱਖ ਸਕਦੇ ਜੀ। ਖੂਬ ਮਕਬੂਲ ਹੋ ਰਿਹਾ ਹੈ ਤੁਹਾਡਾ ਇਹ ਕੀਤਾ ਉਪਰਾਲਾ, ਤੁਹਾਨੂੰ ਇੱਕ ਵਾਰੀ ਫਿਰ ਤੋਂ ਬਹੁਤ-ਬਹੁਤ ਮੁਬਾਰਕਾਂ ਇਸ ਉਪਰਾਲੇ ਦੇ ਲਈ। ਤੇ ਸਾਡੇ ਦਰਸ਼ਕਾਂ ਨੂੰ ਸੁਨੇਹਾ ਕੀ ਦੇਣਾ ਚਾਹੋਗੇ ਜਿਨ੍ਹਾਂ ਨੇ ਹੁਣ ਸਟੱਡੀ ਵੀਜ਼ਾ ਜਾਂ ਵਰਕ ਪਰਮਿਟ ਅਪਲਾਈ ਕਰਨਾ ਹੈ, ਖਾਸ ਤੌਰ ਤੇ ਸਪਾਊਸ ਵੀਜ਼ਾ ਮਤਲਬ ਓਪਨ ਵਰਕ ਪਰਮਿਟ ਅਪਲਾਈ ਕਰਨਾ ਹੈ? ਦੇਖੋ ਸਪਾਊਸ ਵੀਜ਼ਾ ਦੇ ਲਈ ਬਹੁਤ ਜ਼ਰੂਰੀ ਹੈ, ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ। ਮੇਨ ਚੀਜ਼ ਇਹ ਹੈ ਕਿ ਤੁਹਾਡਾ ਵੀਜ਼ਾ ਲੱਗੇਗਾ ਕਿਵੇਂ, ਕਿਉਂਕਿ ਬਹੁਤ ਸਾਰੇ ਕੰਸਲਟੈਂਟ ਅਪਲਾਈ ਕਰਦੇ ਨੇ, ਵੀਜ਼ਾ ਸਪਾਊਸ ਦਾ ਰਿਫਿਊਜ਼ ਹੋ ਜਾਂਦਾ ਹੈ, ਕਿਉਂਕਿ ਉਹ ਸਿਰਫ ਪੇਪਰਸ 'ਤੇ ਕੰਮ ਕਰਦੇ ਨੇ। ਅਸੀਂ ਪੇਪਰਸ 'ਤੇ ਕੰਮ ਨਹੀਂ ਕਰਦੇ, ਅਸੀਂ ਤੁਹਾਡੀ ਹਿਸਟਰੀ 'ਤੇ ਕੰਮ ਕਰਦੇ ਹਾਂ, ਅਸੀਂ ਤੁਹਾਡੇ ਰਿਲੇਸ਼ਨਸ਼ਿਪ 'ਤੇ ਕੰਮ ਕਰਦੇ ਹਾਂ, ਕਿ ਵੀਜ਼ਾ ਆਫਿਸਰ ਨੂੰ ਇਹ ਸਮਝ ਆਵੇ ਕਿ ਇਹ ਜੈਨੂਅਨ ਰਿਲੇਸ਼ਨ ਹੈ, ਨਾ ਕਿ ਸਿਰਫ ਪੇਪਰਾਂ 'ਚ ਵਿਖਾਇਆ ਹੋਇਆ ਰਿਲੇਸ਼ਨ ਹੈ। ਇਸ ਕਰਕੇ ਜਦੋਂ ਵੀ ਤੁਸੀਂ ਅਪਲਾਈ ਕਰਨਾ ਹੈ, ਕਿਸੇ ਚੰਗੇ ਕੰਸਲਟੈਂਟ ਤੋਂ ਅਪਲਾਈ ਕਰੋ, ਤਾਂ ਕਿ ਉਹ ਤੁਹਾਨੂੰ ਇੱਕ ਚੰਗੀ ਨੌਲੇਜ ਦੇ ਸਕੇ ਔਰ
ਚੰਗੇ ਪੇਪਰ ਲਾ ਕੇ ਜਿਹੜਾ ਹੈ ਵਧੀਆ ਤਰੀਕੇ ਨਾਲ ਤੁਹਾਡੇ ਕੇਸ ਨੂੰ ਪੇਸ਼ ਕੀਤਾ ਜਾ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ, ਰੁਝੇ ਵਿੱਚੋਂ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਧੰਨਵਾਦ, ਸਤਿ ਸ਼੍ਰੀ ਅਕਾਲ। ਜੀ ਇਹਨਾਂ ਨੰਬਰਸ ਨੂੰ ਤੁਸੀਂ ਸੇਵ ਕਰ ਲਓ, ਸਾਡੇ ਪ੍ਰੋਗਰਾਮ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋ। ਸੋ ਸਮਾਂ ਜਿਹੜਾ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਹੋ ਗਿਆ ਹੈ। ਸੋ ਫਿਲਹਾਲ ਦਿਓ ਇਜਾਜ਼ਤ, ਰੱਖੋ ਧਿਆਨ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ।